ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਵੇਖ ਰਹੇ ਹੋ ਸੰਗਤ ਟੈਲੀਵਿਜ਼ਨ ਦਾ ਖਾਸ ਪ੍ਰੋਗਰਾਮ ਖਾਲਸਾ ਰਾਜ ਕਿਵੇਂ ਬਣਿਆ। ਹੁਣ ਤੱਕ ਇਸ ਪ੍ਰੋਗਰਾਮ ਦੇ 477 ਭਾਗ ਜਿਹੜੇ ਸੀ ਆਪ ਜੀ ਦੀ ਸੇਵਾ ਵਿੱਚ ਪੇਸ਼ ਕਰ ਚੁੱਕੇ ਆ ਤੇ ਅੱਜ ਇੱਕ ਨਵਾਂ ਐਪੀਸੋਡ 478 ਨੰਬਰ ਲੈ ਕੇ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹੋਏ ਹਾਂ। ਸਾਰਿਆਂ ਦਾ ਹੀ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਸੰਸਾਰ ਦੇ ਕਿਸੇ ਕੋਨੇ ਵਿੱਚ ਵੀ ਬੈਠੇ ਇਸ ਪ੍ਰੋਗਰਾਮ ਨੂੰ ਦੇਖਦੇ ਤੇ ਆਨੰਦ ਮਾਣਦੇ ਹੋ, ਲਾਹਾ ਲੈਂਦੇ ਹੋ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਖਾਸ ਕਰਕੇ ਧੰਨਵਾਦ ਕਰਦੀ ਹਾਂ ਸਤਿਕਾਰਯੋਗ ਵੀਰ ਜੀ ਰਣਜੀਤ ਸਿੰਘ ਰਾਣਾ ਜੀ ਦਾ, ਜਿਹੜੇ ਕਿ ਸਾਡੇ ਸਾਰੇ ਹੀ ਸਵਾਲਾਂ ਦੇ ਜਵਾਬ ਗੁਰ ਇਤਿਹਾਸ, ਗੁਰਬਾਣੀ ਅਤੇ ਗੁਰ ਫਲਸਫੇ ਦੇ ਆਧਾਰ 'ਤੇ ਦਿੰਦੇ ਹਨ। ਕਿਉਂਕਿ ਵੈਸੇ ਸਾਡੇ ਲਈ ਆਮ ਜਿਹੜੇ ਸੀ ਸੰਸਾਰੀ ਲੋਕ ਹੈ, ਸਾਡੇ ਲਈ ਇੰਨੀ ਖੋਜ ਕਰਨੀ, ਇੰਨੇ ਗ੍ਰੰਥਾਂ ਨੂੰ ਫੋਲਣਾ ਜਿਹੜਾ ਬਹੁਤ ਔਖਾ ਹੁੰਦਾ, ਕਿਉਂਕਿ ਟਾਈਮ ਵੀ ਨਹੀਂ ਹੁੰਦਾ। ਪਰ ਧੰਨਵਾਦ ਕਰਦੇ ਹਾਂ ਵੀਰ ਜੀ ਦਾ, ਜਿਹੜੇ ਕਿ ਸਾਨੂੰ ਜਿਹੜੇ ਸਿੱਖ ਸਿਧਾਂਤ ਨੇ, ਸਿੱਖੀ ਸੋਚ ਹੈ, ਉਹਨਾਂ ਨੂੰ ਆਪ ਜੀ ਦੇ ਸਾਹਮਣੇ ਬਹੁਤ ਹੀ ਸਰਲ ਅਤੇ ਸਪਸ਼ਟ ਲਫ਼ਜ਼ਾਂ ਵਿੱਚ ਉਹ ਪੇਸ਼ ਕਰਦੇ ਹਨ। ਵੀਰ ਜੀ ਨੂੰ ਜੀ ਆਖਦੇ ਸਵਾਗਤ ਕਰਦੇ ਹਾਂ। ਅਤੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਗੁਰੂ ਫਤਿਹ ਸਾਂਝੀ ਕਰਦੇ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਐਪੀਸੋਡ ਵਿੱਚ ਵੀਰ ਜੀ ਤੁਸੀਂ ਸੰਗਤਾਂ ਨਾਲ ਸਾਂਝ ਪਾ ਰਹੇ ਸੀ ਕਿ ਸਤਿਗੁਰੂ ਆਸੇ ਪਾਸੇ ਦੇ ਪਿੰਡਾਂ ਦੇ ਵਿੱਚੋਂ ਹੁੰਦੇ ਹੋਏ ਸਿਉਰਾਮੀ ਤੋਂ ਸਤਿਗੁਰੂ ਜੀ ਦੁਬਾਰਾ ਫਿਰ ਦੀਨਨਗਰ ਗਏ, ਦੀਨੇ ਪਿੰਡ ਗਏ, ਦੀਨੇ ਭਗਤਾ ਗਏ ਅਤੇ ਉਸ ਤੋਂ ਬਾਅਦ ਸਤਿਗੁਰੂ ਜੀ ਭਾਈ ਭਗਤੇ ਦੇ ਪਿੰਡ ਪਹੁੰਚੇ ਨੇ। ਭਾਈ ਭਗਤੇ ਨੇ ਸਤਿਗੁਰੂ ਜੀ ਦੀ ਬਹੁਤ ਹੀ ਕਹਿੰਦੇ ਤਨੋ ਮਨੋ ਤਨੋ ਦਿਲ ਦੇ ਨਾਲ ਲਾ ਕੇ ਸੇਵਾ ਕੀਤੀ, ਕਿਉਂਕਿ ਜੋ ਵੀ ਉਹਨਾਂ ਦੇ ਬਖਸ਼ਿਸ਼ ਸੀ, ਜੋ ਵੀ ਉਹਨਾਂ ਦੇ ਕੋਲ ਸੀ, ਉਹ ਸਤਿਗੁਰੂ ਦਾ ਦਿੱਤਾ ਹੋਇਆ ਸੀ। ਸਤਿਗੁਰੂ ਜੀ ਉੱਥੇ 2 ਦਿਨ ਰਹੇ, ਸੰਗਤਾਂ ਆਉਂਦੀਆਂ ਰਹੀਆਂ ਅਤੇ ਸੰਗਤਾਂ ਦੀ ਸੇਵਾ ਜਿਹੜੀ ਹੈ ਭਾਈ ਭਗਤੇ ਦਾ ਪਰਿਵਾਰ ਅਤੇ ਸਾਰਾ ਪਿੰਡ ਕਹਿ ਦਈਏ ਉਹਨਾਂ ਨੇ ਤਨਦੇਹੀ ਨਾਲ ਸਤਿਗੁਰੂ ਜੀ ਦੇ ਸੰਗਤਾਂ ਦੀ ਭਗਤਾਂ ਦੀ ਸੇਵਾ ਕੀਤੀ। ਉਸ ਤੋਂ ਬਾਅਦ ਮੇਰਾ ਅੱਜ ਦਾ ਸਵਾਲ ਹੈ ਕਿ ਸਤਿਗੁਰੂ ਜੀ ਉਸ ਤੋਂ ਬਾਅਦ ਸਤਿਗੁਰੂ ਜੀ ਕਿਹੜੇ ਪਾਸੇ ਵੱਲ ਗਏ ਅਤੇ ਸਤਿਗੁਰੂ ਜੀ ਨੇ ਕੀ ਫਰਮਾਨ ਕੀਤਾ ਸੰਗਤਾਂ ਨੂੰ, ਇਹਦੇ ਬਾਰੇ ਸੰਗਤਾਂ ਦੇ ਨਾਲ ਸਾਂਝ ਪਾਓ। ਭਾਈ ਤੁਹਾਡਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਜੀ ਦੀਨੇ ਕਾਂਗੜ ਤੋਂ ਆਲੇ ਦੁਆਲੇ ਦੇ ਪਿੰਡਾਂ 'ਚ ਪ੍ਰਚਾਰ ਦੌਰੇ ਕਰ ਰਿਹਾ, ਕਹਿਣਾ ਚਾਹੀਦਾ ਇੱਦਾਂ ਜੀ, ਦੀਵਾਨ ਲਾ ਰਿਹਾ, ਜਿੱਦਾਂ ਜਿੱਦਾਂ ਪਿੰਡਾਂ ਦੀ ਮੰਗ ਆ, ਕੁਛ ਉੱਦਾਂ ਵੀ ਜੀ, ਕੁਛ ਸਤਿਗੁਰੂ ਆਪਣੀ ਮਰਜ਼ੀ ਦੇ ਨਾਲ, ਜਿੱਦਾਂ ਨੂੰ ਸਤਿਗੁਰੂ ਹੈ ਵੈਸੇ ਆਪਣੀ ਮਰਜ਼ੀ ਦਾ ਮਾਲਕ ਜੀ। ਅਸੀਂ ਬੇਨਤੀ ਕਰਦੇ ਹਾਂ, ਸਾਡੀ ਬੇਨਤੀ ਸਤਿਗੁਰੂ ਸੁਣ ਲੈਂਦਾ, ਪਰ ਸਤਿਗੁਰੂ ਆਪਣੀ ਮਰਜ਼ੀ ਦਾ ਮਾਲਕ ਹੈ। ਸਤਿਗੁਰੂ ਦੀ ਮਰਜ਼ੀ ਦਾ ਮਾਲਕ ਕੋਈ ਹੋਰ ਨਹੀਂ ਹੋ ਸਕਦਾ ਜੀ। ਔਰ ਸਤਿਗੁਰੂ ਜੀ ਭਾਈ ਭਗਤੇ ਤੋਂ ਉੱਠੇ ਹੁਣ, ਹਾਂਜੀ, ਜਿਵੇਂ ਤੁਸੀਂ ਜ਼ਿਕਰ ਕੀਤਾ। ਔਰ ਜਦੋਂ ਸਤਿਗੁਰੂ ਉੱਠ ਕੇ ਤੁਰਦੇ ਆ, ਉਦੋਂ ਤੱਕ ਕਿਸੇ ਨੂੰ ਨਹੀਂ ਪਤਾ ਹੁੰਦਾ ਅਗਲਾ ਆਪਣਾ ਕਿੱਥੇ ਹੋਣਾ। ਹਾਂਜੀ, ਸਮਾਂ ਵੀ ਇਹੋ ਜਿਹਾ ਚੱਲਦਾ ਜੀ, ਕਿਉਂਕਿ ਦੁਨਿਆਵੀ ਤੌਰ ਤੇ ਵੀ ਥੋੜਾ ਜਿਹਾ ਭੇਦ ਰੱਖਣ ਦੀ ਲੋੜ ਆ। ਹਾਂਜੀ ਹਾਂਜੀ, ਫੌਜਾਂ ਜਿਹੜੀਆਂ ਸਰਹੰਦ ਦੀਆਂ ਪਤਾ ਨਹੀਂ ਕਿਹੜੇ ਰੂਪ ਚ ਆ ਰਹੀਆਂ, ਕਿਉਂਕਿ ਹਾਲਾਤ ਵੀ ਇਹੋ ਜਿਹਾ ਆ। ਇਹ ਸਤਿਗੁਰੂ ਉਸ ਸਮੇਂ ਮੁਗਲ ਹਕੂਮਤ ਦੇ ਸਭ ਤੋਂ ਵੱਡੇ ਬਾਗੀ ਆ ਜੀ, ਤੇ ਸਤਿਗੁਰੂ ਦੇ ਨਾਂ ਦੀ ਮੁਗਲਾਂ ਦੇ ਫੌਜਦਾਰਾਂ ਦੇ ਸੂਬੇਦਾਰਾਂ ਦੇ ਮਨ ਚ ਦਹਿਸ਼ਤ ਵੀ ਬੜੀ ਆ ਜੀ। ਸੋ ਸਤਿਗੁਰੂ ਜੀ ਭਾਈ ਭਗਤੇ ਤੋਂ ਉੱਠੇ ਆ, ਤੁਰੇ ਆ, ਰਾਹ ਚ ਇੱਕ ਅੱਧਾ ਥਾਂ ਪੜਾਅ ਕੀਤਾ ਤੇ ਜਾ ਕੇ ਕੋਟਕਪੂਰਾ, ਜਿਹੜਾ ਨਾ ਕੋਟਕਪੂਰਾ ਨਾਮ ਹੀ ਤਾਂ ਪਿਆ ਕਿਉਂਕਿ ਕਪੂਰੇ ਚੌਧਰੀ ਦਾ ਕੋਟ ਉੱਥੇ ਸੀ, ਕਿਲ੍ਹਾ ਸੀਗਾ, ਇਲਾਕੇ ਦਾ ਸਭ ਤੋਂ ਵੱਡਾ ਕਿਲ੍ਹਾ। ਹਾਂਜੀ ਹਾਂਜੀ, ਜਿਹੜਾ ਵੱਡਾ ਕਿਲ੍ਹਾ ਨੂੰ ਕੋਟ ਕਹਿ ਦਿੰਦੇ ਸੀ, ਕੋਟ ਵੱਡੇ ਕਿਲ੍ਹੇ ਨੂੰ ਕਹਿੰਦੇ ਸੀ। ਸੋ ਜਿਹੜਾ ਕੋਟਕਪੂਰਾ ਆ, ਹਾਂਜੀ, ਅੱਜ ਸ਼ਹਿਰ ਦਾ ਨਾਂ ਹੀ ਕੋਟਕਪੂਰਾ ਆ। ਹਾਂਜੀ, ਮੈਂ ਕਸਬਾ ਕਹ ਲਓ, ਪਿੰਡ ਕਹ ਲਓ, ਸ਼ਹਿਰ ਕਹ ਲਓ। ਤੇ ਸਤਿਗੁਰੂ ਉਸ ਕੋਟਕਪੂਰੇ ਦੇ ਬਾਹਰ ਜਿੱਧਰਲੇ ਬੰਨੇ ਕਪੂਰੇ ਦਾ ਕਿਲ੍ਹਾ ਆ, ਹਾਂਜੀ, ਉਹਦੇ ਸਾਹਮਣੇ ਫਰਲਾਂਗ ਹਟਵਾ ਜੀ ਸਤਿਗੁਰੂ ਆ ਕੇ ਖੁੱਲੀ ਥਾਂ ਦੇਖ ਕੇ ਉੱਥੇ ਡੇਰਾ ਲਾ ਲਿਆ ਜੀ। ਪਿੰਡ 'ਚ ਨਹੀਂ ਵੜੇ, ਕਿਲੇ 'ਚ ਨਹੀਂ ਵੜੇ, ਪਰ ਕਿਲੇ ਵਾਲੇ ਬੰਨੇ, ਹਾਂਜੀ, ਫਰਲਾਂਗੂ ਦੀ ਵਿਸ ਦੇ ਉੱਤੇ ਆ ਕੇ ਸਾਹਮਣੇ ਕਿਲਾ ਦਿਸਦਾ ਹੈ ਜੀ, ਉੱਥੇ ਆ ਕੇ ਡੇਰਾ ਲਾ ਲਿਆ। ਠੀਕ, ਕਿਉਂ ਸਤਿਗੁਰੂ ਨੂੰ ਪਤਾ ਇਸ ਇਲਾਕੇ ਦਾ ਸਭ ਤੋਂ ਵੱਡਾ ਕਿਲਾ ਜਿਹੜਾ ਕੋਟਕਪੂਰੇ ਵਾਲਾ ਕਿਲਾ ਆ ਜੀ। ਇਹੀ ਇੱਕ ਇਹੋ ਜਿਹਾ ਕਿਲਾ ਆ ਜਿੱਥੇ ਬੈਠ ਕੇ ਬਾਹਰੋਂ ਆਈਆਂ ਫੌਜਾਂ ਨੂੰ ਡੱਕਿਆ ਵੀ ਜਾ ਸਕਦਾ। ਠੀਕ ਹੈ, ਸਤਿਗੁਰੂ ਵੀ ਜਾਣਦੇ ਆ। ਸੋ ਸਤਿਗੁਰੂ ਵੈਸੇ ਜਾਣੀ ਜਾਣ, ਪਰ ਸਤਿਗੁਰੂ ਨੇ ਰਮਜ਼ਾਨ ਦੇ ਵਿੱਚੋਂ ਲੰਘਣਾ, ਆਪ ਤੇ ਲੰਘਾਉਣਾ ਵੀ ਆ ਦੂਜਿਆਂ ਨੂੰ। ਸੋ ਸਤਿਗੁਰੂ ਨੇ ਇੱਥੇ ਫਰਲਾਂਗੂ ਤੋਂ ਉਸ ਤੋਂ ਦੂਰ ਉਹਦੇ ਬਿਲਕੁਲ ਸਾਹਮਣੇ ਜਿੱਥੋਂ ਕਿਲ੍ਹਾ ਦਿਸਦਾ ਹੋਵੇ ਉਹਦੇ ਆ ਕੇ ਡੇਰਾ ਲਾ ਲਿਆ ਹੈਗਾ। ਸਤਿਗੁਰੂ ਦੇ ਡੇਰੇ ਲੱਗੇ ਤਾਂ ਤੰਬੂ ਲਾਤੇ ਸਤਿਗੁਰੂ ਦੇ ਨਾਲ ਤੰਬੂ ਹੁੰਦੇ ਸੀਗੇ, ਨਾਲ ਰਸਤ ਪਾਣੀ ਵੀ ਹੁੰਦੀ ਸੀ, ਘੋੜੇ ਹੁੰਦੇ ਸੀ, ਅਸ਼ਤਰ ਹੁੰਦੇ, ਸ਼ਸਤਰ ਹੁੰਦੇ ਸੀਗੇ। ਔਰ ਸਤਿਗੁਰੂ ਜੰਗੀ ਵਿੱਦਿਆ ਦੇ ਇੰਨੇ ਜ਼ਿਆਦਾ ਮਾਹਰ ਸੀਗੇ, ਉਹ ਕਹਿੰਦੇ ਸੀ ਜੇ ਕਿਤੇ ਤੁਸੀਂ ਜੰਗ ਲੜਨ ਤੋਂ ਪਹਿਲਾਂ ਥੱਕੇ ਹੋਏ ਆ, ਤੁਸੀਂ ਜੰਗ ਨਹੀਂ ਲੜ ਸਕੋਗੇ ਜੀ। ਇਸ ਕਰਕੇ ਸਤਿਗੁਰੂ ਆਪਣਾ ਉਹਨਾਂ ਪੜਾਅ ਕਰਦੇ ਹੁੰਦੇ ਸੀ ਕਿ ਸਾਡਾ ਕੋਈ ਸਿੱਖ, ਸਾਡਾ ਕੋਈ ਸਿਪਾਹੀ, ਸਾਡਾ ਕੋਈ ਜੰਗਜੂ ਯੋਧਾ ਥੱਕਿਆ ਨਾ ਹੋਵੇ। ਹਾਂਜੀ,
ਤੁਹਾਡੀ ਜੇ ਤੁਹਾਡੇ ਕੋਲ ਥਕਾਵਟ ਆ ਤੇ ਤੁਸੀਂ ਜੰਗ ਦੇ ਮੈਦਾਨ 'ਚ ਆਪਣਾ ਪੂਰਾ ਜ਼ੋਰ ਦਿਖਾਈ ਨਹੀਂ ਸਕਦੇ, ਕਿਉਂਕਿ ਤੁਹਾਡਾ ਦਿਮਾਗ ਜਿਹੜਾ ਪੂਰੀ ਤਰ੍ਹਾਂ ਕੰਮ ਨਹੀਂ ਕਰਦਾ, ਥਕਾਵਟ ਦੇ ਵਿੱਚ ਸਰੀਰ ਨੇ ਵੀ ਕੰਮ ਨਹੀਂ ਕਰਨਾ ਹੈਗਾ। ਸੋ ਤੁਸੀਂ ਤਿਆਰ ਵੀ ਤਾਂ ਹੀ ਆ ਜੇ ਤੁਸੀਂ ਥਕਾਵਟ ਨਹੀਂ ਹੈਗੀ ਤਾਂ। ਤੇ ਆਲਾ ਦੁਆਲਾ ਵੀ ਦੇਖ ਕੇ ਬੈਠਣ ਵਾਲੀ ਗੱਲ ਵੀ ਕਿਤੇ ਇਦਾਂ ਨਾ ਹੋਵੇ ਕਿਤੇ ਇਹੋ ਜੀ ਨੀਵੀਂ ਥਾਂ ਤੇ ਬੈਠ ਜਾਓ ਕਿ ਆਲੇ ਦੁਆਲੇ ਤੁਸੀਂ ਘਿਰੀ ਜਾਓ ਸਾਡੇ ਬੰਦੇ। ਹਾਂਜੀ, ਥਾਂ ਵੀ ਇਹੋ ਜੀ ਦਿਖਣੀ ਹੈ ਜਿਹਦਾ ਉੱਚਾ ਪਾਸਾ ਇੱਕ ਪਾਸਾ ਤੁਹਾਡੇ ਕੋਲ ਜ਼ਰੂਰ ਹੋਵੇ ਜੀ, ਤੇ ਪਾਣੀ ਵੀ ਨੇੜੇ ਹੋਵੇ। ਜੰਗ 'ਚ ਪਾਣੀ ਦੀ ਗੱਲ ਆ। ਸੋ ਸਤਿਗੁਰੂ ਇਦਾਂ ਬਹਿੰਦੇ ਹੁੰਦੇ। ਸੋ ਪ੍ਰਲੰਗੂ ਬਾਹਰ ਕਿਲੇ ਦੇ ਸਾਹਮਣੇ ਆ ਕੇ ਸਤਿਗੁਰੂ ਉੱਥੇ ਬਿਰਾਜਮਾਨ ਹੋਏ ਆ। ਤੰਬੂ ਲੱਗ ਗਿਆ ਸਤਿਗੁਰੂ ਦੇ, ਪਹਿਰੇਦਾਰ ਤੰਬੇ ਦੇ ਦੁਆਲੇ ਪਹਿਰੇ ਤੇ ਲੱਗ ਗਏ ਆ। ਆਲਾ ਦੁਆਲਾ ਸਾਰੇ ਪਹਿਰੇਦਾਰਾਂ ਨੇ ਦੇਖ ਲਿਆ ਵੀ ਕਿਹੜੀ ਕਿਹੜੀ ਸੜਕ ਕਿੱਥੋਂ ਕਿੱਥੋਂ ਦੀ, ਉੱਥੇ ਪਹਿਰੇ ਲਾਤੇ ਆ। ਹਾਂਜੀ, ਤੇ ਸਤਿਗੁਰੂ ਨੇ ਉੱਥੇ ਆ ਕੇ ਆਪਣਾ ਇੱਕ ਤਰ੍ਹਾਂ ਦਾ ਡੇਰਾ ਗੱਡ ਦਿੱਤਾ, ਨਿਸ਼ਾਨ ਸਾਹਿਬ ਕੱਢਿਆ ਤੇ ਸਤਿਗੁਰੂ ਦਾ ਡੇਰਾ ਉੱਥੇ ਹੋ ਗਿਆ ਕੋਟਕਪੂਰੇ ਦੇ ਬਾਰ-ਬਾਰ। ਔਰ ਇਹ ਜਿਹੜਾ ਜਦੋਂ ਪਤਾ ਲੱਗਾ ਲਾਲ ਦੀਆਂ ਸੰਗਤਾਂ ਆਉਣੀਆਂ ਸ਼ੁਰੂ ਹੋਈਆਂ, ਜਦੋਂ ਕਪੂਰੇ ਨੂੰ ਪਤਾ ਲੱਗਦਾ ਲੱਗਾ ਸਤਿਗੁਰੂ ਆਏ ਆ, ਤੇ ਕਪੂਰਾ ਵੀ ਕਿਉਂਕਿ ਗੁਰੂ ਘਰ ਨਾਲ ਜੁੜਿਆ ਹੋਇਆ ਸੀ ਜੀ, ਪਰ ਜੁੜਿਆ ਹੋਇਆ ਸੀ ਥੋੜਾ ਜਿਹਾ ਡਾਂਡੇ ਮਿੰਡੇ, ਡਾਂਡੇ ਮਿੰਡੇ ਯਾਨੀ ਕਿ ਥੋੜਾ ਜਿਹਾ ਬਲ ਪਾ ਕੇ। ਹਾਂਜੀ, ਉਹ ਕਿਸ ਤਰ੍ਹਾਂ? ਸਿੱਖਾਂ ਦੇ ਪ੍ਰੋਫੈਸਰ ਪ੍ਰੀਤਮ ਸਿੰਘ ਨੇ ਇੱਕ ਕਿਤਾਬ ਲਿਖੀ ਆ ਜੀ, ਕਿਤਾਬ ਦਾ ਨਾਮ ਹੈ ਸਿੱਖਾਂ ਦਾ ਛੋਟਾ ਮੇਲ। ਗੁਰੂ ਪਰਿਵਾਰ ਦੇ ਵਿੱਚੋਂ ਹਾਂਜੀ ਕੁਝ ਸੰਪਰਦਾਵਾਂ ਚੱਲੀਆਂ, ਕੁਝ ਗੁਰੂ ਤੋਂ ਬਾਗੀ ਹੋ ਕੇ ਵੀ ਚੱਲੇ, ਕੁਝ ਵੱਖਰੇ ਹੋ ਕੇ ਵੀ ਚੱਲੇ, ਤੇ ਜਿਹੜੇ ਉਹਨਾਂ ਦੇ ਸਿੱਖ ਬਣੇ ਗੁਰੂ ਨਾਨਕ ਦੇ ਨਾਂ ਥੱਲੇ, ਕਿਉਂਕਿ ਵੀ ਤਾਂ ਗੁਰੂ ਦੇ ਪਰਿਵਾਰ ਦੇ ਵਿੱਚੋਂ ਅਸੀਂ ਗੁਰੂ ਨਾਨਕ ਦਾ ਨਾਮ ਵਰਤਦੇ ਸੀਗੇ, ਹਾਂਜੀ, ਉਹਨਾਂ ਨੂੰ ਅਸੀਂ ਛੋਟੇ ਮੇਲ ਦੇ ਸਿੱਖ ਕਹਿੰਦੇ ਆ। ਤੇ ਜਿਹੜਾ ਕਪੂਰਾ ਇਹ ਵੀ ਛੋਟੇ ਮੇਲ ਦਾ ਸਿੱਖ ਸੀਗਾ। ਠੀਕ ਠੀਕ ਠੀਕ। ਬਾਬਾ ਪ੍ਰਿਥੀ ਚੰਦ ਹਾਂਜੀ ਗੁਰੂ ਅਰਜਨ ਦੇਵ ਦੇ ਵੇਲੇ ਗੁਰੂ ਘਰ ਤੋਂ ਵੱਖ ਹੋਇਆ ਜੀ ਜੀ। ਬਾਬਾ ਪ੍ਰਿਥੀ ਚੰਦ ਦਾ ਪੁੱਤਰ ਬਾਬਾ ਮਿਹਰਬਾਨ ਉਹ ਗੱਦੀ ਲਾਉਣ ਲੱਗ ਪਿਆ। ਬਾਬਾ ਮਿਹਰਬਾਨ ਦਾ ਪੁੱਤਰ ਹਰਜੀ ਉਹ ਹਰਮੰਦਰ ਸਾਹਿਬ 'ਚ ਗੱਦੀ ਲਾ ਕੇ ਬੈਠਦਾ ਰਿਹਾ, ਗੁਰੂ ਤੇਗ ਬਹਾਦਰ ਨੂੰ ਦਾਖਲ ਨਹੀਂ ਹੋਣ ਦਿੱਤਾ। ਹਰਜੀ ਦਾ ਪੁੱਤਰ ਕੌਲ ਸੋਢੀ ਸੀਗਾ। ਤੇ ਜਦੋਂ ਖਾਲਸੇ ਦੀ ਸਿਰਜਣਾ ਹੋ ਗਈ, ਇਹ ਚਾਰ ਪੀੜ੍ਹੀਆਂ ਨੇ, ਬਾਬਾ ਪ੍ਰਿਥੀ ਚੰਦ ਤੋਂ ਬਾਅਦ ਮਿਹਰਬਾਨ ਨੇ, ਹਰਜੀ ਨੇ, ਹਰਜੀ ਤੋਂ ਬਾਅਦ ਕੌਲ ਸੋਢੀ ਨੇ, ਇਹਨਾਂ ਨੇ ਦਰਬਾਰ ਸਾਹਿਬ ਆਪਣੇ ਜਾਣੀ ਕਿ ਪੀੜ੍ਹੇ ਲਾਏ ਆ। ਹਾਂਜੀ ਹਾਂਜੀ। ਪਰ ਜਦੋਂ ਖਾਲਸੇ ਦੀ ਸਿਰਜਣਾ ਹੋ ਗਈ, ਭਾਈ ਮਨੀ ਸਿੰਘ ਜੀ ਖਾਲਸੇ ਦੀ ਮਰਿਆਦਾ ਬਹਾਲ ਕਰਨ ਲਈ ਅੰਮ੍ਰਿਤਸਰ ਚਲੇ ਗਿਆ, ਤੇ ਕੌਲ ਸੋਢੀ ਭਾਈ ਮਨੀ ਸਿੰਘ ਦਾ ਆਉਣਾ ਸੁਣ ਕੇ ਬਿਨਾਂ ਕਿਸੇ ਲੜਾਈ ਤੋਂ ਉਹਨਾਂ ਤੋਂ ਪਹਿਲਾਂ ਹੀ ਉੱਠ ਕੇ ਆਪਣਾ ਧਨ ਵੀ ਬੰਨਿਆ। ਚਾਰਾਂ ਪੀੜ੍ਹੀਆਂ ਨੇ ਧਨ ਕਮਾਇਆ ਹੋਇਆ ਸੀ ਬਥੇਰਾ, ਹਰਿਮੰਦਰ ਸਾਹਿਬ ਬੈਠ ਕੇ ਆਪਣੇ ਮੱਥੇ ਟਿਕਾਏ ਹੋਏ ਸੀ, ਧਨ ਵੀ ਬੰਨਿਆ, ਬਾਕੀ ਵੀ ਸਾਰਾ ਕੁਝ ਬੰਨਿਆ। ਤੇ ਇਹਨੇ ਕਿਹਾ ਵੀ ਮਾਝੇ 'ਚ ਹੁਣ ਸਿੱਖਾਂ ਦਾ ਜ਼ੋਰ ਆ। ਇਹ ਮਾਲਵੇ ਦੇ ਪਿੰਡ ਇਸ ਇਲਾਕੇ ਦੇ ਵਿੱਚ ਕਪੂਰੇ ਦੇ ਕੋਲ ਹੀ ਇਹਨੇ ਆ ਕੇ ਆਪਣਾ ਨਵਾਂ ਪਿੰਡ ਬਣ ਲਿਆ। ਉਹਦਾ ਨਾਂ ਰੱਖਿਆ ਢਿਲਵਾਂ ਸੋਢੀਆਂ। ਠੀਕ, ਸੋਢੀ ਸੀ ਹਾਂਜੀ ਕੌਲ ਸੋਢੀ, ਤੇ ਉਹਦਾ ਨਾਂ ਰੱਖਿਆ ਢਿਲਵਾਂ ਸੋਢੀਆਂ। ਪਿੰਡ ਆਪਣਾ ਬੰਨਿਆ ਉੱਥੇ, ਤੇ ਉੱਥੇ ਆਪਣਾ ਡੇਰਾ ਕਾਇਮ ਕੀਤਾ ਤੇ ਆਲੇ ਦੁਆਲੇ ਸਿੱਖੀ ਕਾਇਮ ਕੀਤੀ। ਇਹ ਜਿਹੜਾ ਕਪੂਰਾ ਸੀਗਾ ਹਾਂਜੀ ਇਹ ਕੌਲ ਸੋਢੀ ਦਾ ਸਿੱਖ ਸੀਗਾ। ਠੀਕ ਠੀਕ ਠੀਕ। ਸੋ ਜੁੜਿਆ ਤਾਂ ਸਿੱਖੀ ਨਾਲ ਹੋਇਆ ਸੀ ਹਾਂਜੀ, ਜੁੜਿਆ ਗੁਰੂ ਨਾਨਕ ਨਾਲ ਸੀ, ਪਰ ਡੇਰਾ ਵੱਖਰਾ ਸੀਗਾ ਹਾਂਜੀ। ਸੋ ਇਹਦੇ ਵਿੱਚ ਮਾਨਤਾ ਇਹਦੇ ਕੋਲ ਕੌਲ ਸੋਢੀ ਦੀ ਸੀ, ਪਰ ਕੌਲ ਸੋਢੀ ਕਿਉਂਕਿ ਹੁਣ ਗੁਰੂ ਗੋਬਿੰਦ ਸਿੰਘ ਦੀ ਮਾਨਤਾ ਨੂੰ ਜਾਣ ਚੁੱਕਾ ਹੋਇਆ ਸੀਗਾ ਹਾਂਜੀ, ਗੁਰੂ ਦੀ ਅਜ਼ਮਤ ਨੂੰ ਜਾਣ ਚੁੱਕਾ ਹੋਇਆ ਸੀਗਾ, ਇਸ ਕਰਕੇ ਕਦੀ ਗੁਰੂ ਦਾ ਵਿਰੋਧ ਨਹੀਂ ਸੀ ਕੀਤਾ ਨੇ ਕੌਲ ਸੋਢੀ ਨੇ। ਮਿਹਰਬਾਨ ਤੋਂ ਬਾਅਦ ਵੀ ਹਾਂਜੀ ਹਾਂਜੀ ਹਰਜੀ ਨੇ ਆਪਣਾ ਹਰਿਮੰਦਰ ਤੇ ਕਬਜ਼ਾ ਤਾਂ ਰੱਖਿਆ ਆਪਣਾ ਜੀ ਜੀ ਜੀ, ਪਰ ਵਿਰੋਧ ਨਹੀਂ, ਪਰ ਬਹੁਤ ਵੱਡੇ ਵਿਰੋਧ ਨਹੀਂ ਪਿਆ ਸਾਹਮਣੇ ਆ ਕੇ। ਬਹੁਤ ਵੱਡੇ ਜੰਗ ਦੇ ਕਿਸੇ ਵਿਰੋਧ 'ਚ ਇਹ ਨਹੀਂ ਪਿਆ ਜਿੱਦਾਂ ਗੁਰੂ ਦੇ ਉੱਤੇ ਹਮਲਾ ਕੀਤਾ ਹੋਵੇ, ਜਿੱਦਾਂ ਧੀਰਮਲ ਨੇ ਕੀਤਾ ਸੀ, ਉਦਾਂ ਇਹਨਾਂ ਨੇ ਕੋਈ ਹਮਲਾ ਨਹੀਂ ਕੀਤਾ ਗੁਰੂ ਦੇ ਉੱਤੇ ਹਾਂਜੀ। ਸੋ ਕੌਲ ਸੋਢੀ ਦਾ ਇਹ ਚੇਲਾ ਸੀਗਾ, ਤੇ ਕੌਲ ਸੋਢੀ ਗੁਰੂ ਦੀਆਂ ਗੱਲਾਂ ਸਦਾਇਆ ਕਰਦਾ। ਸੋ ਗੁਰੂ ਦੀ ਪੂਰਾ ਜਾਣਦਾ ਸੀ ਗੁਰੂ ਨੂੰ ਜੀ। ਜੇ ਉਧਰ ਦੇਖਿਆ ਜਾਵੇ ਹੁਣ ਪ੍ਰਿਥੀ ਚੰਦ ਦੀ ਚੌਥੀ ਪੀੜ੍ਹੀ ਜਿਹੜੀ ਆ ਹਾਂਜੀ ਉਹ ਕੌਲ ਸੋਢੀ ਆ, ਤੇ ਗੁਰੂ ਅਰਜਨ ਦੇਵ ਤੇ ਚੌਥੀ ਪੀੜ੍ਹੀ ਪ੍ਰਿਥੀ ਚੰਦ ਤੋਂ ਚੌਥੀ ਪੀੜ੍ਹੀ, ਪ੍ਰਿਥੀ ਚੰਦ ਦਾ ਪੁੱਤਰ ਮਿਹਰਬਾਨ, ਮਿਹਰਬਾਨ ਦਾ ਪੁੱਤਰ ਹਰਜੀ, ਹਰਜੀ ਦਾ ਪੁੱਤਰ ਕੌਲ ਸੋਢੀ, ਚੌਥੀ ਪੀੜ੍ਹੀ ਹੋ ਗਈ ਹਾਂਜੀ। ਉਧਰੋਂ ਗੁਰੂ ਅਰਜਨ ਦੇਵ ਤੇ ਚੌਥੀ ਪੀੜ੍ਹੀ, ਗੁਰੂ ਅਰਜਨ ਦੇਵ ਦੇ ਪੁੱਤਰ ਗੁਰੂ ਹਰਗੋਬਿੰਦ ਸਾਹਿਬ ਜੀ, ਗੁਰੂ ਹਰਗੋਬਿੰਦ ਸਾਹਿਬ ਦੇ ਪੁੱਤਰ ਗੁਰੂ ਤੇਗ ਬਹਾਦਰ ਜੀ, ਤੇ ਗੁਰੂ ਤੇਗ ਬਹਾਦਰ ਦੇ ਪੁੱਤਰ ਗੁਰੂ ਗੋਬਿੰਦ, ਚੌਥੀ ਪੀੜ੍ਹੀ ਹੋ ਗਈ। ਸੋ ਆਪਸ ਵਿੱਚ ਚਚੇਰੇ ਭਰਾ ਆ ਹਾਂਜੀ ਹਾਂਜੀ। ਆਪਾਂ ਜੀ ਸ਼ਬਦ ਵਰਤਦੇ ਨੇ ਕਜ਼ਨ ਬ੍ਰਦਰ ਹਾਂਜੀ ਹਾਂਜੀ, ਕਜ਼ਨ ਬ੍ਰਦਰ ਆ ਗੁਰੂ ਗੋਬਿੰਦ ਸਿੰਘ ਜੀ ਤੇ ਕੌਲ ਸੋਢੀ, ਤੇ ਕੌਲ ਸੋਢੀ ਦਾ ਚੇਲਾ ਆ ਹਾਂਜੀ। ਸੋ ਪਰਿਵਾਰਾਂ ਦੀ ਗੱਲਾਂ ਤੇ ਚੱਲਦੀਆਂ ਹੀ ਆ, ਦੁਨੀਆ ਵੀ ਜਾਣਦੀ ਵੀ ਪਰਿਵਾਰ ਇੱਕ ਆ ਜੀ। ਸੋ ਪੂਰਾ ਫਿਰ ਸ਼ਰਧਾ ਵੀ ਹੈਗੀ ਆ ਹਾਂਜੀ, ਪਰ ਸ਼ਰਧਾ ਉਹਦੀ ਕੌਲ ਸੋਢੀ ਤੋਂ ਜ਼ਿਆਦਾ ਹੈ ਹਾਂਜੀ। ਪਰ ਗੁਰੂ ਗੋਬਿੰਦ ਸਿੰਘ ਦੀ ਬਖਸ਼ਿਸ਼ ਬੜੀ ਵੱਡੀ ਆ ਜੀ। ਗੁਰੂ ਗੋਬਿੰਦ ਸਿੰਘ ਦਾ ਨਾਮ ਬੜਾ ਵੱਡਾ ਆ। ਕੌਲ ਸੋਢੀ ਤਾਂ ਇੱਕ ਇਲਾਕੇ ਦਾ ਸਾਧ ਆ ਹਾਂਜੀ ਹਾਂਜੀ। ਗੁਰੂ ਗੋਬਿੰਦ ਸਿੰਘ ਪੂਰੀ ਮਾਨਵਤਾ ਦੇ ਗੁਰੂ ਆ, ਇਸ ਪੱਧਰ ਦਾ ਮਾਨਤਾ ਆ, ਹਕੂਮਤਾਂ ਨਾਲ ਟਕਰਾਏ ਵੀ ਆ, ਵੱਡੇ ਆ। ਤੇ ਇਹ ਉਸ ਹਿਸਾਬ ਨਾਲ ਫਿਰ ਆਪਣਾ ਇਹਨੂੰ ਪਤਾ ਲੱਗਾ ਘੋੜਾ ਲੈ ਕੇ ਆਇਆ, ਕੁਛ ਅਸਤਰ ਸ਼ਸਤਰ ਲੈ ਕੇ ਆਇਆ, ਕੁਝ ਯੋਧੇ ਨਾਲ ਲੈ ਕੇ ਆਇਆ, ਕੁਛ ਸ਼ਿਕਾਰ ਖੇਡਣ ਦਾ ਸਮਾਨ, ਕੁੱਤੇ ਕੱਤੇ ਰੱਖੇ ਸੀ, ਬਾਜ ਬੂਗਰਾ ਰੱਖੇ ਸੀ ਨੇ, ਸ਼ਿਕਾਰੀ ਸੀਗਾ ਵੱਡਾ, ਜਗੀਰਦਾਰ ਸੀਗਾ ਵੱਡਾ, ਕਿਲੇ ਵਾਲਾ ਜਗੀਰਦਾਰ ਸੀ ਅਸਲ 'ਚ। ਤੇ ਇਹ ਉਦਾਂ ਦਾ ਸਮਾਨ, ਸ਼ਿਕਾਰ ਵਾਲਾ ਵੀ ਸਮਾਨ ਲੈ ਕੇ ਸਤਿਗੁਰ ਦੇ ਕੋਲ ਆਇਆ ਜੀ।
ਕੁਝ ਕੁੱਤੇ ਲੈ ਆਇਆ, ਕੁਝ ਘੋੜਾ ਸਤਿਗੁਰੂ ਨੂੰ ਦਾ ਜਾਣੀ ਕਿ ਭੇਟ ਕੀਤਾ, ਦਰਸ਼ਨ ਭੇਟਾ ਵਜੋਂ ਦਸ਼ਵੰਧ ਭੇਟਾ ਰੱਖੀ, ਤੇ ਬਾਜ ਇਹਦੇ ਕੋਲ ਆ, ਇਹ ਸਾਰਾ ਕੁਝ ਲੈ ਕੇ ਇਹ ਆਇਆ ਤੇ ਸਤਿਗੁਰੂ ਦੇ ਕੋਲ ਸਤਿਗੁਰੂ ਨੂੰ ਆ ਕੇ ਨਮਸਕਾਰ ਕੀਤੀ ਆ, ਸਤਿਗੁਰੂ ਦੇ ਕੋਲ ਬੈਠ ਗਿਆ। ਤੇ ਜਦੋਂ ਯੋਧੇ ਲੈ ਕੇ ਆਲੇ ਦੁਆਲੇ ਇਹਦੇ ਜਿਹੜੇ ਯੋਧੇ ਸੀ ਆਲੇ ਦੁਆਲੇ, ਇਹ ਤਾਂ ਸਤਿਗੁਰੂ ਕੋਲ ਬੈਠ ਗਿਆ, ਪਰ ਯੋਧਿਆਂ ਤੋਂ ਜਿਹੜੇ ਆਲੇ ਦੁਆਲੇ ਸੀ ਇਹਦੇ ਮਾਤਹਿਤ ਸੀ ਨਾ, ਇਹਦੇ ਨੌਕਰ ਸੀਗੇ, ਉਹ ਸ਼ਸਤਰਧਾਰੀ ਉੱਦਾਂ ਹੀ ਬਾਬਾ ਤੰਗੀਆਂ ਡੀਲ ਡੋਲਾਂ ਵਾਲੇ ਆ, ਨਾਲ ਵੀ ਜਿਦਾਨ ਘਰ ਚ ਲੋਕ ਉੱਦਾਂ ਦੇ ਹੈਗੇ ਸੀ, 6-6 6.5 ਫੁੱਟੇ ਉੱਡੇ ਜਵਾਨ ਆ। ਤੇ ਸਤਿਗੁਰੂ ਨੇ ਇਹਦੇ ਯੋਧੇ ਵਾਲੇ ਵੀ ਦੇਖਿਆ, ਤੇ ਸਤਿਗੁਰੂ ਕਹਿੰਦੇ ਕਪੂਰਿਆ ਸੁਣਿਆ ਕਿਲਾ ਤੇਰਾ ਬੜਾ ਵੱਡਾ, ਕਿੰਨੇ ਕੁ ਯੋਧੇ ਰੱਖੇ ਹੋਏ ਕਿਲੇ ਦੀ ਰਾਖੀ ਲਈ, ਔਰ ਇਹਨਾਂ 'ਚ ਕੋਈ ਧਰਮ ਯੋਧਾ ਚਾਅ ਵੀ ਹੈਗਾ ਨਹੀਂ ਰੱਖੇ ਹੋਏ ਯੋਧੇ ਵੀ, ਇਹਨਾਂ 'ਚ ਕੋਈ ਲੜਨ ਮਰਨ ਦਾ ਚਾਅ ਵੀ ਹੈਗਾ ਕਿ ਉਦਾਂ ਹੀ ਡੀਲ ਡੋਲ ਵਾਲਾ ਹੀ ਆ ਬਸ, ਵੀ ਲੜਨਾ ਤਾਂ ਅੰਦਰੋਂ ਚਾਅ ਨਹੀਂ ਹੁੰਦਾ, ਬਾਹਰ ਵੀ ਡੀਲ ਨਹੀਂ ਲੜਨਾ ਹੁੰਦਾ, ਲੜਦਾ ਤਾਂ ਅੰਦਰੋਂ ਚਾਅ ਆ ਨਾ। ਇਹਨਾਂ ਦੇ ਅੰਦਰ ਕੋਈ ਲੜਨ ਮਰਨ ਦਾ ਚਾਅ ਵੀ ਹੈਗਾ, ਲੜ ਵੀ ਸਕਦੇ ਆ, ਇਹਨਾਂ 'ਚ ਕੋਈ ਧੀਰਜ ਹੈਗਾ ਲੜਨ ਦਾ, ਲੜਨ ਵਾਲੇ ਲਈ ਧੀਰਜ ਜ਼ਰੂਰ ਚਾਹੀਦਾ। ਆਮ ਤੌਰ ਤੇ ਕਹਿੰਦੇ ਹੁੰਦੇ ਬੰਦਾ ਤੂੰ ਧੀਰਜ ਰੱਖ, ਲੜਾਈ ਕਰਨ ਦੀ ਲੋੜ ਨਹੀਂ, ਪਰ ਸਤਿਗੁਰ ਕਹਿੰਦੇ ਜਿਹਨੇ ਲੜਨਾ ਹੈ ਉਹਨੂੰ ਧੀਰਜ ਜ਼ਿਆਦਾ ਚਾਹੀਦਾ। ਜੇ ਬੰਦਾ ਧੀਰਜ ਤੋਂ ਬਿਨਾਂ, ਸਬਰ ਤੋਂ ਬਿਨਾਂ, ਸੰਤੋਖ ਤੋਂ ਬਿਨਾਂ ਧੀਰਜਵਾਨ ਹੋ ਕੇ ਨਹੀਂ ਲੜੇਗਾ, ਬੇਸਬਰਾ ਜਿਹਾ ਹੋ ਕੇ ਲੜੇਗਾ ਤਾਂ ਮਾਰ ਖਾਊਗਾ। ਲੜਾਈ ਦੇ ਵੇਲੇ ਧੀਰਜ ਦੀ ਜ਼ਿਆਦਾ ਲੋੜ ਹੁੰਦੀ, ਕਿਉਂਕਿ ਦੂਜਾ ਜਿਹੜਾ ਬੰਦਾ ਤੁਹਾਡੇ ਲੜਨਾ ਆ ਰਿਹਾ ਨਾ, ਉਹਦੇ ਤੁਸੀਂ ਦੇਖਣਾ, ਉਹਦੇ ਸਾਰੇ ਪੈਂਤਰਾ ਦੇਖਣਾ ਆ, ਤੇ ਜਿਹੜਾ ਲੜਾਈ 'ਚ ਧੀਰਜ ਗਵਾ ਲਊਗਾ ਉਹ ਮਾਰਿਆ ਜਾਊਗਾ। ਇਹ ਧੀਰਜ ਵੀ ਹੈਗਾ ਨਾ ਜੀ ਕਿ ਨਹੀਂ ਹੈਗਾ? ਸਤਿਗੁਰੂ ਦੀ ਗੱਲ ਪੁੱਛੀ ਤੇ ਅੱਗੋਂ ਹੁਣ ਕਪੂਰਾ ਤਾਂ ਸਤਿਗੁਰੂ ਬਾਰੇ ਸੁਣ ਚੁੱਕਾ ਵੀ ਏਡੇ ਵੱਡੇ ਯੋਧੇ, ਸਤਿਗੁਰੂ ਹੁਕੂਮਤ ਉਲਟਾਈ ਪਈ ਆ, ਹਕੂਮਤ 10-10 ਲੱਖ ਫੌਜਾਂ ਲੱਗੀਆਂ ਮਾਲ ਵਿੱਚ, ਇਹ ਗੱਲ ਧੁੰਮ ਪਈ ਹੋਈ ਆ, ਸਤਿਗੁਰੂ ਉਹਨੇ ਚੋਂ ਨਿਕਲ ਕੇ ਆਇਆ। ਉਹ ਕਹਿੰਦਾ ਸਤਿਗੁਰੂ ਜੀ ਜੇ ਤੁਹਾਡੀ ਬਖਸ਼ਿਸ਼ ਹੋਵੇ ਤੇ ਫਿਰ ਤਾਂ ਕਾਇਰ ਤੋਂ ਕਾਇਰ ਬੰਦਾ ਵੀ ਧੀਰਜਵਾਨ ਯੋਧਾ ਬਣ ਸਕਦਾ, ਤੇ ਜਿਹੜਾ ਤੁਹਾਡੇ ਕੋਲ ਕਲਾ ਇੰਨੀ ਆ ਕਿ ਤੁਸੀਂ ਵੱਡੇ ਵੱਡੇ ਧੀਰਜਵਾਨ ਯੋਧਿਆਂ ਨੂੰ ਵੀ ਕਾਇਰ ਬਣਾ ਸਕਦੇ ਆ, ਸੋ ਮੈਂ ਕੁਝ ਨਹੀਂ ਕਹਿ ਸਕਦਾ ਤੁਹਾਡੇ ਹੋਰ, ਮੈਂ ਕੁਝ ਨਹੀਂ ਕਹਿ ਸਕਦਾ। ਉਹ ਕਹਿੰਦਾ ਕਪੂਰਿਆ ਖੱਟ ਗਿਆ, ਹੰਕਾਰ ਨਹੀਂ ਦਿਖਾਇਆ। ਕਪੂਰਿਆ, ਸਤਿਗੁਰੂ ਨੇ ਕਿਹਾ ਕਪੂਰਿਆ ਖੱਟ ਗਿਆ ਤੂੰ, ਸੋ ਇਹਨੇ ਬੜੀ ਧੀਰਜ ਨਾਲ ਜਵਾਬ ਦਿੱਤਾ ਤੇ ਗਿਣੇ ਮਿਣੇ ਸ਼ਬਦਾਂ 'ਚ ਜਵਾਬ ਦਿੱਤਾ। ਫਿਰ ਸ਼ਿਕਾਰ ਦੀਆਂ ਗੱਲਾਂ ਚੱਲ ਪਈਆਂ, ਕਿਉਂਕਿ ਕੁੱਤੇ ਰੱਖੇ ਹੋਏ ਆ, ਲੈ ਕੇ ਆਇਆ ਕੁੱਤੇ, ਸ਼ਿਕਾਰ ਵਾਲਾ ਲੈ ਕੇ ਆਇਆ, ਬਾਜ ਲੈ ਕੇ ਆਇਆ, ਪੰਛੀਆਂ ਦੇ ਸ਼ਿਕਾਰ ਕਰਨ ਵਾਲਾ। ਸਤਿਗੁਰੂ ਸ਼ਿਕਾਰ ਦੇ ਵੀ ਸ਼ੌਕੀਨ ਸੀਗੇ, ਤੇ ਸਤਿਗੁਰੂ ਨੇ ਕਿਹਾ ਵੀ ਸ਼ਿਕਾਰ ਕਰਨ ਲਈ ਕੀ ਕੀ ਹੋਰ ਰੱਖਿਆ ਹੋਇਆ, ਇਹ ਵੀ ਪੁੱਛਿਆ, ਕਿਹੜੇ ਕਿਹੜੇ ਪੰਛੀ ਰੱਖੇ, ਕਿਹੜੇ ਕਿਹੜੇ ਜਾਨਵਰ ਸ਼ਿਕਾਰ ਕਰਨ ਵਾਲੇ ਰੱਖੇ, ਕਿਹੜੀ ਕਿਹੜੀ ਚੀਜ਼ ਦਾ ਸ਼ਿਕਾਰ ਕਰਦਾ, ਸ਼ਿਕਾਰ ਕਿੱਦਾਂ ਕਰਦਾ, ਸ਼ਿਕਾਰ ਦਾ ਮਕਸਦ ਕੀ ਆ, ਇਹ ਬੜੀ ਵੱਡੀ ਫਿਲਾਸਫੀ ਆ। ਔਰ ਜਦ ਤੱਕ ਤੁਸੀਂ ਇਹ ਫਿਲਾਸਫੀ ਨਹੀਂ ਸਮਝਦੇ ਸ਼ਿਕਾਰ ਦੀ ਫਿਲਾਸਫੀ ਕੀ ਆ, ਉਦ ਤੱਕ ਗੁਰੂ ਗੋਬਿੰਦ ਸਿੰਘ ਨੂੰ ਤੇ ਗੁਰੂ ਹਰਗੋਬਿੰਦ ਸਾਹਿਬ ਨੂੰ ਨਹੀਂ ਸਮਝ ਸਕਦੇ ਜੀ, ਕਿਉਂਕਿ ਸਤਿਗੁਰੂ ਨੇ ਸ਼ਿਕਾਰ ਦੀ ਫਿਲਾਸਫੀ ਦੇ ਵਿੱਚੋਂ ਹੀ ਪੂਰੀ ਕੌਮ ਦੇ ਵਿੱਚ ਇੱਕ ਤਰ੍ਹਾਂ ਦਾ ਬਲ ਬਖਸ਼ਿਆ ਹੈ ਜੀ। ਇਹਨੂੰ ਸਮਝਣ ਦੀ ਬੜੀ ਲੋੜ ਆ। ਅਸੀਂ ਉਧਰਲੇ ਬੰਨੇ ਕਦੀ ਤੁਰੇ ਨਹੀਂ, ਉਸ ਸ਼ਿਕਾਰ ਦੀ ਫਿਲਾਸਫੀ ਨੂੰ ਸਮਝਣ ਵਾਲੇ ਤੁਰੇ ਨਹੀਂ। ਆਪਾਂ ਜਦੋਂ ਗੁਰੂ ਹਰਗੋਬਿੰਦ ਸਾਹਿਬ ਦਾ ਜ਼ਿਕਰ ਕੀਤਾ ਉਦੋਂ ਆਪਾਂ ਕੀਤਾ ਸੀ। ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ 'ਚ ਵੀ ਜ਼ਿਕਰ ਕੀਤਾ ਜੀ ਗੁਰੂ ਹਰਗੋਬਿੰਦ ਸਾਹਿਬ ਦੀ ਸ਼ਿਕਾਰ ਫਿਲਾਸਫੀ ਦਾ। ਔਰ ਸਾਡਾ ਗੁਰੂ ਗੋਬਿੰਦ ਸਿੰਘ ਬਾਰੇ ਸਾਡੇ ਇਤਿਹਾਸ ਦੇ ਬਹੁਤ ਸਾਖੀਆਂ ਇਹੋ ਜਿਹੀਆਂ ਆ, ਪਰ ਸਾਡੇ ਪ੍ਰਚਾਰਕ ਅਸੀਂ ਕਹਿਣ ਤੋਂ ਥੋੜ੍ਹਾ ਕੁਛ ਹਾਲਾਤ ਇੱਦਾਂ ਦੇ ਸਾਡੇ ਬਣ ਗਏ ਹੋਏ ਆ, ਅਸੀਂ ਕੁਛ ਮਾਨਤਾਵਾਂ ਇੱਦਾਂ ਦੀਆਂ ਪਾਲ ਲਈਆਂ ਕਿ ਅਸੀਂ ਕਹਿਣ ਤੋਂ ਥੋੜ੍ਹਾ ਗੁਰੇਜ਼ ਕਰ ਜਾਂਦੇ ਹਾਂ। ਪਰ ਇਹ ਸ਼ਿਕਾਰ ਦੀ ਫਿਲਾਸਫੀ ਨੂੰ ਸਮਝਣ ਦੀ ਲੋੜ ਹੈ, ਖੁੱਲ੍ਹੇ ਦਿਲ ਨਾਲ ਸਮਝਣ ਦੀ ਲੋੜ ਹੈ। ਮੈਂ ਘੱਟੋ ਘੱਟ ਆਪਣੇ ਪ੍ਰਚਾਰਕ ਲਾਣੇ ਨੂੰ ਜ਼ਰੂਰ ਕਹੂੰਗਾ, ਜਿਹੜੇ ਪ੍ਰਚਾਰਕ ਲੋਕ ਨੇ, ਫਲਸਫੇ ਵਾਲੇ ਲੋਕ ਨੇ, ਪੜ੍ਹਨ ਲਿਖਣ ਵਾਲੇ ਲੋਕ ਨੇ, ਉਹ ਜ਼ਰੂਰ ਇਸ ਗੱਲ ਨੂੰ ਸਮਝਣ ਤੇ ਇਹਨੂੰ ਗਾਂ ਸਮਝਾਉਣ ਦੀ ਕੋਸ਼ਿਸ਼ ਵੀ ਕਰਨ। ਇਹ ਇਕੱਲੇ ਤੋਂ ਇਕੱਲੇ ਦਾ ਕਿਸੇ ਦਾ ਵੱਸ ਦਾ ਰੋਗ ਹੈ ਨਹੀਂ ਗਾ। ਜਿੱਥੇ ਕੋ ਆਪਾਂ ਖੜੇ ਹਾਂ ਇੱਥੇ ਇੱਕ ਇਨਕਲਾਬ ਲਿਆਉਣ ਦੀ ਲੋੜ ਹੈ। ਆਮ ਤੌਰ ਤੇ ਜਦੋਂ ਗੁਰੂ ਇਤਿਹਾਸ ਪੜ੍ਹੀਦਾ ਨਾ, ਜਿਹੜੀ ਗੱਲ ਤੁਸੀਂ ਭੈਣ ਜੀ ਕਹਿ ਰਹੇ ਸੀਗੇ ਕਿ ਜਿੱਦਾਂ ਦੇ ਇਤਿਹਾਸ 'ਚ ਪੜ੍ਹ ਕੇ ਅਸੀਂ ਸਿੱਖ ਸਤਿਗੁਰੂ ਸਾਨੂੰ ਦੇਖਣਾ ਚਾਹੁੰਦੇ ਆ, ਜਿਹੋ ਜਿਹੀ ਸਾਨੂੰ ਸਿੱਖ ਇਤਿਹਾਸ 'ਚ ਸਤਿਗੁਰੂ ਸਿੱਖਿਆ ਦਿੰਦੇ ਆ, ਜਦੋਂ ਆਪਾਂ ਪੜ੍ਹਦੇ ਹਾਂ ਆਪਾਂ ਆਪਣੇ ਆਲੇ ਦੁਆਲੇ ਦੇਖਦੇ ਹਾਂ, ਆਪਣਾ ਆਪ ਵੀ ਦੇਖਦੇ ਹਾਂ ਵੀ ਅਸੀਂ ਇੱਦਾਂ ਦੀ ਸਿੱਖ ਤਾਂ ਹੈ ਹੀ ਨਹੀਂ। ਪਰ ਜੇ ਅਸੀਂ ਉੱਦਾਂ ਦੇ ਸਿੱਖ ਨਹੀਂ ਬਣ ਸਕੇ, ਊਂਤਾਈਆਂ ਤਾਂ ਸਾਡੀਆਂ, ਪਰ ਸਤਿਗੁਰੂ ਸਾਨੂੰ ਜਿੱਦਾਂ ਦੇ ਦੇਖਣਾ ਚਾਹੁੰਦੇ ਉਹ ਕਹੀਏ ਤਾਂ ਸਹੀ। ਜੇ ਕਹਾਂਗੇ ਤਾਂ ਸ਼ਾਇਦ ਸਾਡੀ ਕਹਿਣੀ ਹੌਲੀ ਹੌਲੀ ਕਰਨੀ ਬਣ ਜਾਏ। ਹਾਂਜੀ ਬਿਲਕੁਲ। ਔਰ ਸਤਿਗੁਰੂ ਨੂੰ ਅਰਦਾਸ ਵੀ ਕਰਨੀ ਚਾਹੀਦੀ ਆ, ਅਰਦਾਸ ਕਰਿਆ ਕਰੀਏ, ਸਤਿਗੁਰੂ ਜੀ ਸਾਡੀ ਕਹਿਣੀ ਤੇ ਸੁਣਨੀ, ਸਿਰਫ ਕਹਿਣੀ ਤੇ ਸੁਣਨੀ ਨਾ ਰਾਜਾ, ਸਾਡੀ ਕਰਨੀ ਦਾ ਸਾਡੇ ਜੀਵਨ ਜਾਚ ਦਾ ਹਿੱਸਾ ਬਣ ਜਾਏ। ਔਰ ਜਿੱਦਾਂ ਦੇ ਸਿੱਖ ਸਤਿਗੁਰੂ ਦੇਖਣਾ ਚਾਹੁੰਦਾ ਅਸੀਂ ਉੱਦਾਂ ਦੇ ਸਿੱਖ ਬਣੀਏ। ਨਹੀਂ ਹੁਣ ਤਾਂ ਇਹ ਬਹੁਤ ਆ ਗਈਆਂ,
ਪਰ ਸਤਿਗੁਰੂ ਬਖਸ਼ਿਸ਼ ਕਰੇ, ਸਤਿਗੁਰੂ ਰਹਿਮਤ ਕਰੇ, ਸਤਿਗੁਰੂ ਸਮਰੱਥ ਆ, ਉਹ ਦੂਰ ਕਰ ਸਕਦਾ ਆ। ਸਤਿਗੁਰੂ ਤੇ ਭਰੋਸਾ ਰੱਖੀਏ, ਸੁਣੀਏ ਇਤਿਹਾਸ ਨੂੰ, ਪੜ੍ਹੀਏ ਇਤਿਹਾਸ ਨੂੰ, ਇਤਿਹਾਸ ਨਾਲ ਜੁੜੀਏ, ਗੁਰਬਾਣੀ ਦੀ ਫਲਸਫੇ ਨੂੰ ਸਮਝਣ ਦੀ ਕੋਸ਼ਿਸ਼ ਕਰੀਏ, ਤੇ ਗੁਰੂ ਕਿਰਪਾ ਕਰੇਗਾ ਹੀ ਕਰੇਗਾ। ਗੁਰੂ ਰਹਿਮਤਾਂ ਕਰੇਗਾ। ਗੁਰੂ ਦੇ ਬਚਨ ਆ, ਖਾਲਸੇ ਨੇ 96 ਕਰੋੜ ਹੋਣਾ ਦੁਨੀਆ ਤੇ ਰਾਜ ਕਰਨਾ। ਸਤਿਗੁਰੂ ਦੇ ਬਚਨ ਸੱਚ ਹੋਣੇ ਆ, ਪਰ ਆਪਾਂ ਸਤਿਗੁਰੂ ਦੇ ਸਿੱਖ ਤਾਂ ਬਣ ਲਈਏ, ਬਣਨ ਦੀ ਕੋਸ਼ਿਸ਼ ਕਰੀਏ। ਖੈਰ, ਇੱਥੇ ਜੀ ਸਤਿਗੁਰੂ ਨੇ, ਜੋ ਕਪੂਰੇ ਨੇ ਕਿਹਾ ਵੀ ਸਤਿਗੁਰੂ ਜੀ ਮੈਨੂੰ ਮੌਕਾ ਦਿਓ ਡੇਰਾ ਲਵਾਉਣ ਦਾ। ਸਤਿਗੁਰੂ ਦੇ ਡੇਰਾ ਲੱਗ ਗਿਆ ਜਿੱਥੇ ਜੀ, ਇੱਥੇ ਦੀਵਾਨ ਲੱਗਣਗੇ। ਹਾਂਜੀ, 2 ਦਿਨ ਰਹਾਂਗੇ ਇੱਥੇ, ਦੀਵਾਨ ਲਾਵਾਂਗੇ। ਸਤਿਗੁਰੂ ਨੇ ਦੀਵਾਨ ਲਾਉਣੇ ਸ਼ੁਰੂ ਕੀਤੇ। ਸ਼ਾਮ ਦਾ ਦੀਵਾਨ ਲੱਗਾ, ਆਲੇ ਦੁਆਲੇ ਦੇ ਪਿੰਡਾਂ ਤੋਂ ਸੰਗਤਾਂ ਜੱਤੀ ਖਬਰ ਪਹੁੰਚ ਗਈ, ਮਨਾਦੀਆਂ ਹੋ ਜਾਂਦੀਆਂ ਹੁੰਦੀਆਂ ਸੀ ਉਦੋਂ। ਕਪੂਰੇ ਨੇ ਵੀ ਮਨਾਦੀ ਕਰਾਤੀ, ਆਲੇ ਦੁਆਲੇ ਮਨਾਦੀਆਂ ਹੋ ਗਈਆਂ, ਸੰਗਤਾਂ ਆਈਆਂ, ਹੁਮ ਕੇ ਆਈਆਂ, ਦੀਵਾਨ ਲੱਗਾ, ਲੰਗਰ ਚੱਲੇ, ਔਰ ਸੰਗਤਾਂ ਲੰਗਰ ਲਈ ਵਸਤਾਂ ਵੀ ਲੈ ਕੇ ਆਈਆਂ। ਲੰਗਰ ਉੱਥੇ ਬਣਨੇ ਸ਼ੁਰੂ ਹੋ ਗਏ ਜੀ ਜੀ। ਔਰ ਅਨੇਕ ਪ੍ਰਕਾਰ ਦਾ ਅਨਾਜ ਲੈ ਕੇ ਲੋਕੀ ਆਏ, ਕੋਈ ਦੁੱਧ ਲੈ ਕੇ ਆ ਗਿਆ, ਕੋਈ ਘਿਓ ਲੈ ਕੇ ਆ ਗਿਆ, ਕੋਈ ਆਟਾ ਲੈ ਕੇ ਆ ਗਿਆ, ਕੋਈ ਸਬਜ਼ੀਆਂ ਲੈ ਕੇ ਆ ਗਿਆ, ਕੋਈ ਦਾਲਾਂ ਲੈ ਕੇ ਆ ਗਿਆ, ਕੋਈ ਮਠਿਆਈਆਂ ਲੈ ਕੇ ਆ ਗਿਆ ਜੀ, ਕੁਝ ਬਣਾ ਕੇ ਲੈ ਆਏ, ਕੁਝ ਉੱਦਾਂ ਲੈ ਆਏ, ਤੇ ਟੁੱਟ ਲੰਗਰ ਵਰਤੇ। ਹਾਂਜੀ, ਦੀਵਾਨ ਵੀ ਲੱਗੇ ਆ ਜੀ। ਇੱਕ ਦਿਨ ਸ਼ਾਮ ਨੂੰ ਦੀਵਾਨ ਲੱਗਾ ਆ, ਦੂਜੇ ਦਿਨ ਫੇਰ ਸਵੇਰੇ ਅੰਮ੍ਰਿਤ ਵੇਲੇ ਦੀਵਾਨ ਲੱਗਾ, ਤੇ ਇੱਕ ਪੂਰਾ ਦੂਜੇ ਦਿਨ ਵੀ ਦੀਵਾਨ 'ਚ ਆਇਆ। ਠੀਕ, ਦੂਜੇ ਦਿਨ ਦਾ ਦੀਵਾਨ ਹੋਇਆ, ਸਤਿਗੁਰੂ ਦੇ ਦਰਸ਼ਨ ਕੀਤੇ ਆ ਜੀ। ਦੀਵਾਨ ਦੀ ਸਮਾਪਤੀ ਵੇਲੇ ਆਇਆ। ਹਾਂਜੀ, ਦੀਵਾਨ ਦੀ ਸਮਾਪਤੀ ਹੋ ਚੁੱਕੀ ਹੈ, ਤੇ ਕਪੂਰਾ ਥੋੜਾ ਜਿਹਾ ਫਿਰ ਲੇਟ ਹੋ ਕੇ ਆਇਆ। ਅਕਸਰ ਚੌਧਰੀ ਸੀਗਾ, ਚੌਧਰੀ ਵਾਲੀ ਗੱਲ ਵੀ ਰੱਖੜੀ ਆ, ਤੇ ਬੜੇ ਕੀਮਤੀ ਵਸਤਰ ਪਹਿਨੇ ਹੋਏ ਆ ਜੀ। ਕੱਲ ਉਹ ਅੱਜ ਬੜੇ ਮਖਮਲੀ ਵਸਤਰ ਪਹਿਨੇ ਹੋਏ ਆ। ਚਾਦਰਾ ਜਿਹੜਾ ਲਾਇਆ ਉਹ ਧਰਤੀ ਹੁੰਝਦਾ ਜਾਂਦਾ ਆ। ਹਾਂਜੀ, ਆਮ ਬੋਲੀਆਂ 'ਚ ਵੀ ਆਉਂਦਾ ਉਦਾਂ ਦੀ ਯਾਨੀ ਕਿ ਵਸਤਰ ਹੈ, ਚਮਕਦੇ ਵਸਤਰ ਆ, ਮਖਮਲੀ ਵਸਤਰ ਆ, ਟੌਰ ਆ ਪੂਰੀ, ਆਪਣੇ ਬੰਦੂਕ ਪਾਈ ਹੋਈ ਆ ਮੋਢੇ ਦੇ ਉੱਤੇ, ਤੇ ਆਪਣੀ ਪੂਰੀ ਟੌਰ ਦੇ ਨਾਲ, ਪੂਰੀ ਆਕੜ ਦੇ ਨਾਲ ਦੂਜੇ ਦਿਨ ਦੀਵਾਨ ਦੀ ਸਮਾਪਤੀ ਦੇ ਵੇਲੇ ਆਇਆ। ਤੇ ਦੀਵਾਨ ਦੀ ਸਮਾਪਤੀ ਵੇਲੇ ਸਤਿਗੁਰੂ ਨੇ ਜਿਹੜੇ ਦੂਰੋਂ ਦੂਰੋਂ ਸਿੰਘ ਆਏ ਸੀਗੇ ਕਿ ਕਿਹੜਿਆਂ ਹਥਿਆਰਾਂ ਦੇ ਨਾਲ ਮੁਗਲ ਹੁਕਮ ਦਾ ਮੂੰਹ ਮੋੜਿਆ, ਉਹ ਹਥਿਆਰਾਂ ਦੀ ਪ੍ਰਦਰਸ਼ਨੀ ਲਾਈ ਹੋਈ ਸਤਿਗੁਰੂ ਨੇ ਮੰਜਿਆਂ ਦੇ ਉੱਤੇ ਚਾਦਰ ਵਿਛਾ ਕੇ ਉਹਨਾਂ ਉੱਤੇ ਹਥਿਆਰ ਦਿਖਾਉਣ ਲਈ ਰੱਖੇ ਹੋਏ ਆ। ਉਹਦੇ ਆਲੇ ਦੁਆਲੇ ਪਹਿਰੇਦਾਰ ਵੀ ਖੜੇ ਆ, ਸੰਗਤਾਂ ਹਥਿਆਰਾਂ ਦੇ ਦਰਸ਼ਨ ਵੀ ਕਰ ਰਹੀਆਂ ਆ ਜੀ, ਤੇ ਉਹਨਾਂ ਦੇ ਉੱਤੇ ਪਹਿਰੇਦਾਰ ਵੀ ਖੜੇ ਆ, ਤੇ ਨਾਲ ਨਾਲ ਪਹਿਰੇਦਾਰ ਹਥਿਆਰਾਂ ਨੂੰ ਚੌਰ ਵੀ ਕਰ ਰਿਹਾ ਜੀ, ਕਿ ਹਥਿਆਰਾਂ ਦੇ ਉੱਤੇ ਕੋਈ ਗੰਦ ਮਿੱਟੀ ਨਾ ਪਵੇ ਹੈਗੀ। ਇਹ ਵੀ ਨਾਲ ਚੱਲ ਰਿਹਾ, ਤੇ ਨਾਲ ਆਲੇ ਦੁਆਲੇ ਪਹਿਰੇਦਾਰ ਵੀ ਹਥਿਆਰਬੰਦ ਉੱਦਾਂ ਹੀ ਖੜੇ ਆ, ਤੇ ਸੰਗਤਾਂ ਦਰਸ਼ਨ ਵੀ ਕਰ ਰਹੀਆਂ। ਮੰਜਿਆਂ ਦੇ ਉੱਤੇ, ਪਲੰਘ ਦੇ ਉੱਤੇ ਹਥਿਆਰ ਇੱਧਰ ਰੱਖੇ ਹੋਏ ਆ। ਸਤਿਗੁਰੂ ਆਪ ਪਲੰਘ ਦੇ ਉੱਤੇ ਬੈਠੇ ਆ, ਉੱਥੇ ਵੀ ਚਾਦਰ ਵਿਛਾਇਆ, ਤੇ ਉੱਦਾਂ ਦੀ ਚਾਦਰ ਹਥਿਆਰਾਂ ਲਈ ਵਿਛਾਈ ਹੋਈ ਆ। ਠੀਕ, ਤੇ ਉੱਥੇ ਹਥਿਆਰ ਪਾਏ ਹੋਏ ਆ। ਇਹ ਜਦੋਂ ਚਾਦਰਾ ਹੁੰਦਾ ਆਇਆ, ਤੇ ਧਰਤੀਆਂ ਕੱਚੀ ਹੁੰਦੀ ਸੀ ਜੀ ਜੀ, ਮਿੱਟੀ ਉੱਡ ਰਹੀ ਆ। ਹਾਂਜੀ, ਤੇ ਮਲਾਗਰ ਸਿੰਘ ਪਹਿਰੇ ਤੇ ਆ ਬਾਰ-ਬਾਰ, ਜਿੱਥੋਂ ਅੰਦਰ ਵੜਨ ਲੱਗਾ ਉੱਥੇ ਜੀ, ਜਿੱਥੇ ਹਥਿਆਰ ਪਾਇਆ ਉਧਰੋਂ ਜਦੋਂ ਅੰਦਰ ਨੂੰ ਹੋਣ ਲੱਗਾ, ਤੇ ਮਲਾਗਰ ਸਿੰਘ ਨੇ ਕਪੂਰੇ ਨੂੰ ਡੱਕ ਕੇ ਕਿਹਾ, ਚੌਧਰੀ ਜੀ ਥੋੜਾ ਜਿਹਾ ਸੰਭਲ ਕੇ ਤਰੋ ਜੀ, ਜੇ ਰੁਤਬੇ ਵੱਡੇ ਆ ਗਿਆ ਤੇ ਨਿਮਰਤਾ ਵੀ ਵੱਡੀ ਚਾਹੀਦੀ। ਫਿਰ ਬਿਲਕੁਲ ਆ ਚਾਦਰਾ ਤੁਹਾਡਾ ਮਿੱਟੀ ਹੁੰਦਾ ਆ, ਤੇ ਧੂੜ ਉੱਡਦੀ, ਤੇ ਮੋਰੇ ਸਤਿਗੁਰੂ ਬੈਠੇ, ਧੂੜ ਸਤਿਗੁਰੂ ਲਈ ਜਾਊਗੀ, ਉਹ ਵੀ ਬੇਦਬੀ, ਤੇ ਆ ਹਥਿਆਰ ਮੋਰੇ ਰੱਖੇ ਹੋਏ ਆ, ਹਥਿਆਰਾਂ ਦੇ ਉੱਡ ਕੇ ਧੂੜ ਪਊਗੀ, ਹਥਿਆਰਾਂ ਦੀ ਬੇਦਬੀ ਹੋਊਗੀ। ਹਾਂਜੀ, ਫਿਰ ਸਤਿਗੁਰੂ ਜੀ ਤੇ ਇੰਨਾ ਇੱਜ਼ਤ ਮਾਨ ਦਿੰਦੇ ਆ, ਇੰਨਾ ਇੱਜ਼ਤ ਮਾਨ ਦਿੰਦੇ, ਹਥਿਆਰਾਂ ਦੀ ਬੇਦਬੀ, ਹਥਿਆਰਾਂ ਦੇ ਧੂੜ ਨਹੀਂ ਪੈਣੀ ਚਾਹੀਦੀ ਉੱਡ ਕੇ ਜੀ। ਇਹ ਮਲਾਗਰ ਸਿੰਘ ਨੇ ਆਖਿਆ। ਹਾਂਜੀ, ਸਾਡੇ ਪੁਰਾਣੇ ਸਿੱਖ ਜਿਹੜੇ ਸੀ ਨਾ, ਹਥਿਆਰਾਂ ਨੂੰ ਮਾਨਤਾ ਕਰਦੇ ਹੁੰਦੇ ਸੀ ਜੀ, ਔਰ ਸਤਿਗੁਰੂ ਨੇ ਹਥਿਆਰਾਂ ਦੀ ਮਾਨਤਾ ਕਰਨੀ ਸਿਖਾਈ ਆ। ਰਾਏ ਕੱਲੇ ਨੂੰ ਕੀ ਕਿਹਾ ਸੀਗਾ, ਕਿਰਪਾਨ ਦੇ ਕੇ ਜਦ ਤੇ ਇਹਦੀ ਮਾਨਤਾ ਰੱਖੇਗਾ ਤਦ ਤੱਕ ਲਹਿਰਾ ਬੜਾ ਬਣੀਆਂ ਰਹਿਣਗੀਆਂ, ਜਦੋਂ ਤੇ ਇਹਦੀ ਮਾਨਤਾ ਬੰਦ ਕਰਤੀ ਉਦੋਂ ਬਾਅਦ ਮਾਰਿਆ ਜਾਵੇਗਾ। ਚੌਥੀ ਪੀੜ੍ਹੀ ਨੇ ਜਾ ਕੇ ਮਾਨਤਾ ਬੰਦ ਕਰਤੀ, ਮਾਰੇਗਾ ਵਿਚਾਰੇ ਜੀ ਜੀ। ਖੈਰ, ਕਿਉਂਕਿ ਸਤਿਗੁਰੂ ਨੇ ਐਲਾਨ ਕੀਤਾ ਹੈ, ਗੁਰੂ ਹਰਗੋਬਿੰਦ ਸਾਹਿਬ ਦਾ ਐਲਾਨ ਹੈ, ਸ਼ਸਤਰਨ ਕੇ ਅਧੀਨ ਹੈ ਰਾਜ ਜੀ। ਰਾਜ ਹੁੰਦਾ ਇਹ ਹਥਿਆਰਾਂ ਦੇ ਅਧੀਨ ਹੈ, ਜਿਹਦੇ ਕੋਲ ਹਥਿਆਰ ਆ ਉਹਦੇ ਰਾਜ ਹੈ ਜੀ। ਔਰ ਸਤਿਗੁਰੂ ਨੇ ਜਦੋਂ ਅਕਾਲ ਤਖਤ ਸਾਹਿਬ ਦੀ ਸਿਰਜਣਾ ਕੀਤੀ ਨਾ, ਅਕਾਲ ਤਖਤ ਤੇ ਆਪ ਨਹੀਂ ਬੈਠੇ, ਆਪਣੀ ਮੀਰੀ ਵਾਲੀ ਕਿਰਪਾਨ ਕੱਢ ਕੇ ਨੰਗੀ ਕਰਕੇ ਤਖਤ ਦੇ ਉੱਤੇ ਰੱਖ ਦਿੱਤੀ ਜੀ, ਮਿਆਨ ਚੋਂ ਬਾਹਰ ਕੱਢ ਕੇ, ਕਿ ਤਖਤ ਦੇ ਉੱਤੇ ਹਮੇਸ਼ਾ ਸ਼ਸਤਰ ਰਹਿੰਦਾ। ਸ਼ਸਤਰਨ ਕੇ ਅਧੀਨ ਹੈ ਰਾਜ, ਉਦੋਂ ਹੀ ਸ਼ਬਦ ਬੋਲਿਆ ਜੀ, ਜੋ ਨਾ ਧਰੇ ਤਿਸ ਵਿਗੜੇ ਕਾਜ। ਤੇ ਜਿਹੜਾ ਤਖਤ ਹੁੰਦਾ ਸ਼ਸਤਰ ਦੇ ਅਧੀਨ ਹੁੰਦਾ, ਤੇ ਕਹਿੰਦੇ ਸਤਿਗੁਰੂ ਤੁਸੀਂ ਕਿੱਥੋਂ ਬੈਠੋਗੇ? ਭਾਈ ਗੁਰਦਾਸ ਜੀ ਨੇ ਪੁੱਛਿਆ ਸੀ, ਤੁਸੀਂ ਕਿੱਥੇ ਬੈਠੋਗੇ? ਕਹਿੰਦੇ ਅਸੀਂ ਨੀਵੇਂ ਥਾਂ ਦੇ ਨਾਲ ਬੈਠਾਂਗੇ, ਅਸੀਂ ਬੈਠ ਕੇ ਨਾਲ ਸਿੱਖਿਆ ਦੇਵਾਂਗੇ ਕਿ ਸ਼ਸਤਰ ਵਰਤਣਾ ਕਦੋਂ ਆ ਤੇ ਕਿੱਥੇ ਵਰਤਣਾ। ਹਾਂਜੀ, ਇਹ ਪਤਾ ਹੋਣਾ ਜਿਹੜਾ ਗੁਰੂ ਦਾ ਕੰਮ ਹੈ, ਸ਼ਸਤਰ ਵਰਤਣਾ ਕਿੱਥੇ ਤੇ ਕਦੋਂ ਵਰਤਣਾ, ਇਹ ਸਿੱਖਿਆ ਦੇਣੀ। ਗੁਰੂ ਉਹ ਸਿੱਖਿਆ ਦੇਵੇਗਾ, ਅਸੀਂ ਨੀਵੇਂ ਥਾਂ ਤੇ ਬੈਠ ਕੇ ਸਿੱਖਿਆ ਦੇਵਾਂਗੇ, ਪਰ ਤਖਤ ਦੇ ਉੱਤੇ ਹਮੇਸ਼ਾ ਸ਼ਸਤਰ ਰਹੂਗੇ। ਸੋ ਸ਼ਸਤਰ ਨੂੰ ਸਤਿਗੁਰੂ ਨੇ ਆਪਣੇ ਤੋਂ ਉੱਚਾ ਰੱਖਿਆ ਜੀ। ਤੇ ਗੁਰੂ ਗੋਬਿੰਦ ਸਿੰਘ ਨੇ ਵੀ ਕਿਹਾ ਆਪਣੀ ਬਾਣੀ 'ਚ ਵੀ, ਸੀਲ ਸਰੋਹੀ ਸਾਥੀ ਯਹੀ ਹਮਾਰੇ ਪੀਰ। ਹਾਂਜੀ, ਮਾਨਤਾ ਕੀਤੀ ਹੈ, ਖਗ ਦਲ ਖੰਡ ਗਾਤਰਨ ਮੰਡੰਗ ਅਤਬਰ ਬੰਡੰਗ ਜੈ ਤੇਗੰ ਜੈ ਤੇਗੰ ਜੈ ਤੇਗੰ, ਇਹ ਸਤਿਗੁਰੂ ਦੇ ਆਪਣੇ ਬੋਲਿਆ। ਸੋ ਸਤਿਗੁਰੂ ਮਾਨਤਾ ਦਿਆ ਕਰਦੇ ਸੀਗੇ। ਉਹ ਪਿਰਤਾਂ ਹਜ਼ੂਰ ਸਾਹਿਬ ਅਜੇ ਵੀ ਕਾਇਮ ਰੱਖੀਆਂ ਜਾਂਦੀਆਂ ਆ, ਆਨੰਦਪੁਰ ਸਾਹਿਬ ਵੀ ਨਿਹੰਗ ਸਿੰਘ ਵੀ ਸਾਡੇ ਕਾਇਮ ਰੱਖਦੇ ਆ।
ਦਮਦਮਾ ਸਾਹਿਬ ਵੀ ਸਾਡੇ ਨਿਹੰਗ ਸਿੰਘ ਕਾਇਮ ਰੱਖਦੇ, ਸਾਡੇ ਕੁਝ ਡੇਰੇ ਉਹ ਪਿਰਤਾਂ ਨੂੰ ਕਾਇਮ ਰੱਖਦੇ, ਸ਼ਸਤਰ ਦੀ ਮਾਨਤਾ ਕਰਦੇ ਆ। ਔਰ ਜਿਹੜਾ ਬੰਦਾ ਸ਼ਸਤਰ ਦੀ ਮਾਨਤਾ ਨਹੀਂ ਕਰਦਾ, ਨਿਹੱਥਾ ਹੋ ਜਾਂਦਾ ਆ, ਉਹ ਮਾਰ ਖਾਂਦਾ। ਪਿੰਡਾਂ ਵਾਲੇ ਵੀ ਕਹਿੰਦੇ ਹੁੰਦੇ ਸੀ ਜੀ ਆ ਫਰਿੱਜਾਂ ਰੱਖਣੀਆਂ ਕਿਸੇ ਕੰਮ ਨਹੀਂ ਆਉਣੀਆਂ। ਹਾਂਜੀ ਹਾਂਜੀ। ਵੱਡੇ ਮਹਾਨਗਰਾਂ ਵਾਲੇ ਲੋਕੋ, ਇਹ ਫਰਿੱਜਾਂ ਕਰਕੇ ਤੁਹਾਡੀਆਂ ਲੁੱਟਾਂ ਖੋਹਾਂ ਹੋਣੀਆਂ ਆ, ਪਰ ਜੇ ਤੁਸੀਂ ਹਥਿਆਰ ਰੱਖੋਗੇ ਤੁਹਾਡੇ ਅੰਨ ਸਰਮਾਇਆ ਵੀ ਸਾਰਾ ਕੁਝ ਬਚਿਆ ਰਹੂਗਾ। ਸੋ ਦੂਜੇ ਦਿਨ ਭਾਈ ਕਪੂਰਾ ਜਦੋਂ ਆ ਗਿਆ, ਆਪਾਂ ਗੱਲ ਥੋੜੀ ਛੋਟੀ ਕਰੀਏ, ਸਮਾਂ ਹੁੰਦਾ ਜਾ ਰਿਹਾ। ਜਦੋਂ ਆ ਗਿਆ ਕਪੂਰਾ ਤੇ ਝੂਟ ਲੈ ਕੇ ਆਇਆ, ਜਦੋਂ ਮਲਾਗਰ ਸਿੰਘ ਨੇ ਰੋਕ ਦਿੱਤਾ, ਤੈਨੂੰ ਥੋੜਾ ਗੁੱਸਾ ਲੱਗਾ, ਪਰ ਜਦੋਂ ਨੇ ਕਹਿੰਦਾ ਸਾਹਮਣੇ ਸਤਿਗੁਰੂ ਬੈਠੇ ਆ, ਹਾਂਜੀ, ਤੇ ਤਾਂ ਗੁੱਸਾ ਇੱਕਦਮ ਉਤਰ ਗਿਆ, ਆਪਣੇ ਆਪ ਤੇ ਕਾਬੂ ਪਾ ਲਿਆ, ਠਰਮਾ ਪਾ ਲਿਆ। ਹਾਂਜੀ। ਮਲਾਗਰ ਸਿੰਘ ਦੀ ਗੱਲ ਦਾ ਗੁੱਸਾ ਲੱਗਾ, ਕੁਝ ਕਹਿਣ ਲੱਗਾ ਆ ਜੀ ਜੀ, ਮੈਂ ਚੌਧਰੀ ਹੁੰਨਾ ਉਹ ਆ, ਪਰ ਜਦੋਂ ਉਹਨੇ ਕਿਹਾ ਸਾਹਮਣੇ ਸਤਿਗੁਰੂ ਬੈਠੇ ਤੇ ਧੂੜ ਜਾ ਰਹੀ, ਤੇ ਫੇਰ ਦਾ ਗੁੱਸਾ ਜਿਹੜਾ ਸੀ ਇੱਕਦਮ ਠੰਡਾ ਹੋ ਗਿਆ। ਤੇ ਸਾਹਮਣੇ ਸਤਿਗੁਰੂ ਬੈਠੇ ਦੇਖ ਕੇ ਗੁੱਸਾ ਉਤਰਨਾ ਸੀ, ਉਤਰ ਗਿਆ। ਇਹਨੇ ਜਾ ਕੇ ਸਤਿਗੁਰੂ ਨੂੰ ਨਮਸਕਾਰ ਕੀਤੀ। ਹਾਂਜੀ। ਔਰ ਜਦੋਂ ਇਹਨੇ ਸਤਿਗੁਰੂ ਨੂੰ ਨਮਸਕਾਰ ਕੀਤੀ ਨਾ, ਇੱਥੇ ਮੈਂ ਜਦੋਂ ਗੁੱਸਾ ਉਤਰ ਗਿਆ ਵਾਲੀ ਗੱਲ, ਮੈਂ ਇੱਥੇ ਥੋੜੀ ਸਾਂਝੀ ਗੱਲ ਕਰ ਲਵਾਂ। ਠੀਕ, ਫਲਸਫੇ ਦੀ ਗੱਲ ਜ਼ਰੂਰੀ ਆ। ਗੁੱਸਾ ਆਉਂਦਾ ਕਦੋਂ ਮਨੁੱਖ ਨੂੰ ਗੁੱਸਾ ਆਉਂਦਾ ਕਦੋਂ ਆ ਜੀ? ਇਹ ਸਵਾਲ ਬੜਾ ਜ਼ਰੂਰੀ ਆ ਜੀ। ਫਰਜ਼ ਕਰੋ ਕਿ ਸਾਡੇ ਘਰ ਦੇ ਵਿੱਚ, ਸਾਡੇ ਪਰਿਵਾਰ ਦੇ ਵਿੱਚ, ਮੈਂ ਉਦਾਹਰਨ ਦੇ ਦੇਣੇ ਚੱਲੇਗਾ ਕਿ ਇੱਕ ਬੰਦਾ ਕਿਸੇ ਦਫ਼ਤਰ 'ਚ ਕੰਮ ਕਰਦਾ ਤੇ ਉਹਦੇ ਮਾਤਹਿਤ ਜਿਹੜੇ ਆ ਬੰਦੇ ਜੀ, ਉਹ ਕੋਈ ਗਲਤੀ ਕਰਦੇ ਆ। ਹਾਂਜੀ। ਉਹ ਸਮਝ ਲਓ ਵੀ ਆਪਣੀ ਕੰਪਨੀ ਦਾ ਉਹ ਮੈਨੇਜਰ ਆ ਜੀ ਜੀ, ਤੇ ਉਹਦੇ ਮਾਤਹਿਤ ਬੰਦੇ ਜਿਹੜੇ ਉਹਦੇ ਕਲਰਕ ਆ, ਜਿਹੜੇ ਉਹਦੇ ਸੇਵਾਦਾਰ ਆ, ਜਿਹੜੇ ਉਹਦੇ ਕੋਲ ਚਪਰਾਸੀ ਵਗੈਰਾ ਰੱਖੇ, ਪੀਐਨ ਵਗੈਰਾ ਰੱਖੇ, ਉਹਨਾਂ ਕੋਲ ਗਲਤੀ ਹੁੰਦੀ ਆ, ਤੇ ਉਹਨਾਂ ਦੀ ਗਲਤੀ ਉੱਤੇ ਉਹਨੇ ਪੂਰਾ ਗੁੱਸਾ ਕੱਢਣਾ ਆ। ਹਾਂਜੀ ਹਾਂਜੀ, ਕੱਢੂਗਾ ਨਾ ਗੁੱਸਾ ਜੀ ਜੀ ਜੀ, ਕਿਉਂਕਿ ਉਹਨੂੰ ਪਤਾ ਮੈਂ ਇਹਨਾਂ ਤੇ ਗੁੱਸਾ ਕਰ ਸਕਦਾ ਹਾਂ। ਹਾਂਜੀ ਹਾਂਜੀ। ਪਰ ਜੇ ਉਹੋ ਜੀ ਹਰਕਤ ਕਰੇ, ਉਹਦਾ ਕੰਪਨੀ ਦਾ ਬੌਸ ਕਰ ਦੇਵੇ ਜੀ ਜੀ, ਤੇ ਆ ਕੇ ਉਹਨੂੰ ਦਬਕਾ ਵੀ ਮਾਰੇ ਨਾਲ, ਹਾਂਜੀ, ਮੈਨੇਜਰ ਨੂੰ ਗੁੱਸਾ ਆਊਗਾ? ਨਹੀਂ ਆਊਗਾ ਨਾ। ਉਹ ਆਪਣੇ ਗੁੱਸੇ ਤੇ ਕੰਟਰੋਲ ਕਰਕੇ ਰੱਖੋ, ਅੰਦਰੋਂ ਜਿੰਨਾ ਮਰਜ਼ੀ ਜੋ ਮਰਜ਼ੀ ਕਰਦਾ ਰਹੇ ਜੀ ਜੀ ਜੀ, ਪਰ ਉਹਦਾ ਗੁੱਸੇ ਤੇ ਕੰਟਰੋਲ ਰਹੂਗਾ। ਸੋ ਤੁਹਾਨੂੰ ਗੁੱਸਾ ਆਉਂਦਾ ਕਿੱਥੇ ਆ? ਜਿੱਥੇ ਤੁਸੀਂ ਗੁੱਸਾ ਕੱਢ ਸਕਦੇ ਆ ਜੀ। ਤੁਸੀਂ ਗੁੱਸਾ ਕੱਢਦੇ ਕਿੱਥੇ ਆ? ਉੱਥੇ ਜਿਹੜਾ ਤੁਹਾਡਾ ਕੋਈ ਗੁੱਸਾ ਸੁਣ ਸਕਦਾ, ਜਿਹੜਾ ਤੁਹਾਡਾ ਕਮਜ਼ੋਰ ਬੰਦਾ ਹੈ ਜੀ ਜੀ, ਜਿਹੜਾ ਤੁਹਾਡੇ ਨਾਲ ਤਗੜਾ, ਉੱਥੇ ਤੁਸੀਂ ਪੀ ਜਾਂਦੇ ਆ ਜੀ ਜੀ, ਉੱਥੇ ਤੁਸੀਂ ਆਪਣੇ ਆਪ ਤੇ ਕਾਬੂ ਪਾ ਲੈਂਦੇ ਆ। ਹਾਂਜੀ। ਤੇ ਜਿਹੜਾ ਕਾਬੂ ਤੁਸੀਂ ਆਪਣੇ ਤੋਂ ਤਗੜੇ ਦੇ ਸਾਹਮਣੇ ਪਾਉਣੇ ਆ, ਕਿ ਆਪਣੇ ਤੋਂ ਮਾੜੇ ਦੇ ਸਾਹਮਣੇ ਨਹੀਂ ਪਾ ਸਕਦੇ? ਨਹੀਂ। ਹਾਂਜੀ ਹਾਂਜੀ, ਉਹ ਵੀ ਪਾਉਣਾ ਸਿੱਖਣਾ ਚਾਹੀਦਾ। ਤੁਹਾਡਾ ਆਪਣੇ ਆਪ ਤੇ ਤਦੇ ਕੰਟਰੋਲ ਹੋਊਗਾ। ਪਰ ਜਿੱਥੇ ਕੋਈ ਗੱਲ ਕਹਿਣ ਦੀ ਲੋੜ ਹੋਵੇ, ਜਿੱਥੇ ਕੋਈ ਆਪਣਾ ਜਾਨੀ ਤਾਂ ਲੱਗੇ ਵੀ ਆ ਗੱਲ ਕਹਿਣੀ ਜਿਹੜੀ ਬੜੀ ਜ਼ਰੂਰੀ ਆ, ਭਾਵੇਂ ਜੋ ਮਰਜ਼ੀ ਹੋਵੇ, ਜੇ ਗਲਤ ਹੋ ਰਿਹਾ ਤੇ ਭਾਵੇਂ ਤੁਹਾਡਾ ਕੋਈ ਤਗੜਾ ਵੀ ਹੋਵੇ, ਹਾਂਜੀ, ਉੱਥੇ ਵੀ ਕਹਿਣ ਦਾ ਜਿਹੜਾ ਹੋਣਾ ਚਾਹੀਦਾ। ਬਿਲਕੁਲ, ਇਹ ਗੱਲ ਨੂੰ ਸਮਝਣ ਦੀ ਲੋੜ ਆ ਥੋੜੀ। ਹਾਂਜੀ। ਸੋ ਕਪੂਰੇ ਨੂੰ, ਮਲਾਗਰ ਸਿੰਘ ਨੂੰ ਦੇਖ ਕੇ ਤਾਂ ਥੋੜਾ ਜਿਹਾ ਗੁੱਸਾ ਆਇਆ ਵੀ ਇਹ ਗੁਰੂ ਦਾ ਐਵੇਂ ਨਿਮਾਣਾ ਜਿਹਾ ਸਿੱਖ ਖੜਾ ਹੋਣ ਵਾਲਾ, ਤੇ ਮੈਨੂੰ ਕਹਿ ਰਿਹਾ ਚੌਧਰੀ ਦਾ ਦੇਖ ਕੇ ਤੁਰੋ ਜੀ। ਪਰ ਜਦੋਂ ਉਹਨੇ ਕਿਹਾ ਸਤਿਗੁਰੂ ਸਾਹਮਣੇ ਬੈਠੇ ਆ, ਵੀ ਧੂੜ ਦਾੜੀ ਜਾ ਰਹੀ, ਤੇ ਫਿਰ ਦੇਖਿਆ ਸਤਿਗੁਰੂ ਤਾਂ ਫਿਰ ਸਮਰੱਥ ਆ। ਸਤਿਗੁਰੂ ਦੇ ਮੂਹਰੇ ਕਿਸੇ ਦਾ ਗੁੱਸਾ ਚੱਲਦਾ? ਸਤਿਗੁਰੂ ਦੇ ਤਾਂ ਇਹ ਹੁੰਦਾ ਵੀ ਕਿਤੇ ਸਤਿਗੁਰੂ ਨਾ ਗੁੱਸੇ 'ਚ ਆਇਆ, ਹਾਂਜੀ, ਕਿਤੇ ਸਤਿਗੁਰੂ ਨਾ ਕੋਈ ਵੀਰ ਰੱਸੀ 'ਚ ਆ ਜਾਣਾ। ਜੇ ਸਤਿਗੁਰੂ ਕਿਤੇ ਵੀਰ ਰੱਸੀ 'ਚ ਆ ਗਿਆ, ਜੇ ਸਤਿਗੁਰੂ ਨੂੰ ਕਿਤੇ ਕੋਈ ਗੱਲ ਨਾ ਚੰਗੀ ਲੱਗੀ, ਤੇ ਪੁੱਲਾਂ ਦੀਆਂ ਕੁੱਲਾਂ ਦਾ ਪਤਾ ਨਹੀਂ ਕੀ ਹੋ ਜਾਣਾ ਜੀ। ਉੱਥੇ ਨਹੀਂ ਫਿਰ ਗੁੱਸਾ ਕੋਈ ਵੀ ਚੱਲਦਾ। ਸੋ ਇਹ ਗੱਲ ਜਿਹੜਾ ਫਲਸਫਾ ਸਮਝਣ ਦੀ ਲੋੜ ਹੈਗੀ ਆ। ਮੇਰੇ ਖਿਆਲ ਸਮਾਂ ਹੋ ਗਿਆ। ਬਿਲਕੁਲ ਜੀ। ਕਪੂਰੇ ਦੇ ਨਾਲ ਆ ਕੇ ਗਾਂ ਕੀ ਵਾਪਰਿਆ, ਇਹ ਆਪਾਂ ਥੋੜਾ ਜਿਹਾ ਅਗਲੇ ਐਪੀਸੋਡ ਕਰ ਲਈ, ਨਹੀਂ ਇੱਥੋਂ ਗੱਲ ਇੱਥੋਂ ਸ਼ੁਰੂ ਕਰ ਲਾਂਗੇ। ਮੈਂ ਸ਼ੁਰੂ ਗੱਲ ਮੁੱਕੀ ਨਹੀਂ ਕਰਨੀ ਪੈਣੀ ਆਪਾਂ ਜੀ। ਬਿਲਕੁਲ ਜੀ, ਹਾਂਜੀ। ਤਾਂ ਇਹਦੇ ਵਿੱਚ ਇੱਕ ਸਿੱਖਣ ਨੂੰ ਇਹ ਵੀ ਸਿੱਖਿਆ ਮਿਲਦੀ ਹੈ ਕਿ ਜਦੋਂ ਅਸੀਂ ਕਿਸੇ ਨੂੰ ਮਿਲਦੇ ਹਾਂ ਜਾਂ ਗੁਰੂ ਘਰ ਜਾਂਦੇ, ਤਾਂ ਸਾਡੀ ਬੇਸ਼ੱਕ ਅਸੀਂ ਅਮੀਰ ਹੋਈਏ, ਸਾਡੇ ਕੋਲ ਬਹੁਤ ਹੋਵੇ, ਪਰ ਗੁਰੂ ਘਰ ਜਾਣਾ ਤੇ ਗੁਰੂ ਦੇ ਦਰ ਤੇ ਜਾਣਾ, ਤੇ ਮਨ ਨੂੰ ਵੀ ਨੀਵਾਂ ਰੱਖ ਕੇ ਜਾਣਾ, ਤੇ ਆਪਣੀ ਸੋਚਾਂ ਨੂੰ ਵੀ ਨੀਵਾਂ ਰੱਖ ਕੇ ਜਾਣਾ, ਫਿਰ ਹੀ ਉਹਦੇ ਦਰ ਤੇ ਪ੍ਰਵਾਨ ਹੋਵਾਂਗੇ। ਸਿੱਖੀ ਦੇ ਵਿੱਚ ਇਹ ਮਿਲਦਾ ਸਿਧਾਂਤ ਕਿ ਸਿੱਖ ਦੇ ਜੀਵਨ ਦੇ ਵਿੱਚ ਇੱਕ ਸੱਚ ਹੋਣਾ ਬਹੁਤ ਜ਼ਰੂਰੀ ਹੈ। ਪ੍ਰੋਗਰਾਮ ਕਰਦੇ ਹਾਂ, ਅਗਰ ਸਾਡੇ ਕੋਲ ਗਲਤੀ ਹੋ ਗਈ ਹੋਵੇ, ਦੋਵੇਂ ਹੱਥ ਜੋੜ ਕੇ ਅਸੀਂ ਮਾਫੀ ਮੰਗਦੇ ਹਾਂ। ਤੇ ਇੱਕ ਚੌਧਰੀ ਕਪੂਰੇ ਦੇ ਨਾਲ ਕੀ ਗੱਲਬਾਤ ਹੋਈ ਸਤਿਗੁਰੂ ਜੀ ਦੀ, ਅਗਲੇ ਐਪੀਸੋਡ ਵਿੱਚ ਆਪ ਜੀ ਨਾਲ ਸਾਂਝੀ ਕੀਤੀ ਜਾਵੇਗੀ। ਇੱਥੇ ਫਤਿਹ ਬੁਲਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ